ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਾਵੇਂ ਪਾਤਸ਼ਾਹ ਸ਼ਹੀਦ ਸਤਿਗੁਰੂ ਧਰਮ ਰੱਖਿਅਕ ਸ਼ਾਂਤ ਸਰੂਪ ਡੁੱਬਦੇ ਬੇੜੇ ਬੰਨੇ ਲਾਉਣ ਹਾਰੇ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤਿੰਨਾਂ ਸਤਿਗੁਰਾਂ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਪਾਤਸ਼ਾਹੀ ਨੌਵੀਂ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਜੇ ਹੋਏ ਦੀਵਾਨਾਂ ਦੇ ਅੰਦਰ ਚੇਤ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸੰਮਤ ਨਾਨਕ ਸਾਹਿਬ 553ਵੇਂ ਸਾਲ ਦੇ ਨਵੇਂ ਵਰ੍ਹੇ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਗੁਰ ਚਰਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ, ਦਰਸ਼ਨ ਦੀਦਾਰੇ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕਿਰਪਾਲਤਾ ਕੀਤੀ ਹੈ, ਜੋ ਆਪਣੇ ਪਾਵਨ ਅਸਥਾਨਾਂ ਦੀ ਯਾਤਰਾ ਦਾ ਸਾਨੂੰ ਸੁਭਾਗ ਸਮਾਂ ਪ੍ਰਾਪਤ ਕਰਾਇਆ ਹੈ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ ਦੀ ਯਾਤਰਾ ਕਰਦਿਆਂ ਹੋਇਆਂ ਮਹਾਰਾਜ ਦੇ ਦਰਬਾਰਾਂ ਦੇ ਦਰਸ਼ਨ ਕਰ ਰਹੇ ਹਾਂ। ਆਪਾਂ ਸਤਿਗੁਰਾਂ ਦੇ ਹਜ਼ੂਰ ਹਾਜ਼ਰੀਆਂ ਭਰ ਰਹੇ ਹਾਂ। ਕੋਈ ਗੁਰਸਿੱਖ ਪਿਆਰਾ ਸੰਗਤ ਦੇ ਜੋੜੇ ਝਾੜ ਰਿਹਾ ਏ, ਕੋਈ ਲੰਗਰਾਂ 'ਚ ਹਾਜ਼ਰੀਆਂ ਭਰ ਰਿਹਾ ਏ ਸੇਵਾ ਕਰਨ ਹਿਤ। ਥਾਂ ਥਾਈਂ ਗੁਰੂ ਦੀ ਖੁਸ਼ੀ ਲੈਣ ਦੇ ਲਈ ਸੇਵਾ ਵਿੱਚ ਹਾਜ਼ਰੀ ਭਰ ਕੇ, ਬਾਣੀ ਪੜ੍ਹਨ ਸੁਣਨ ਵਿਚਾਰਨ ਵਿੱਚ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹਾਂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਿਰਪਾਲਤਾ ਕਰਦੇ ਨੇ, ਜੋ ਅੱਜ ਦੇ ਸੰਗਰਾਂਦ ਦੇ ਦਿਹਾੜੇ ਦਾ ਸਾਨੂੰ ਉਪਦੇਸ਼ ਬਖਸ਼ ਕੇ ਵੀ ਸੰਗਰਾਂਦ ਚੜ੍ਹ ਗਈ ਹੈ। ਜੇ ਸੰਗਰਾਂਦ ਚੇਤ ਮਹੀਨਾ ਆਰੰਭ ਹੋਇਆ ਏ ਤਾਂ ਇਹ ਚੇਤ ਦਾ ਮਹੀਨਾ ਸਫਲਾ ਕਿਵੇਂ ਹੋਵੇ, ਐਸੀ ਕਿਰਪਾਲਤਾ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। 12ਵਾਂ ਬਾਣੀ ਦੀ ਵੀ ਆਰੰਭਤਾ ਹੋ ਰਹੀ ਹੈ, ਜੋ ਮਹੀਨਾਵਾਰੀ ਵਿਚਾਰ ਆਪਾਂ ਸਰਵਣ ਕਰਦੇ ਹਾਂ। ਉਹ ਮਹੀਨਾਵਾਰੀ ਵਿਚਾਰ ਜੋ ਹੈ ਉਸ ਦੇ ਨਾਲ 12ਵਾਂ ਦੀ ਵੀ ਆਰੰਭਤਾ ਹੋ ਜਾਂਦੀ ਹੈ, ਅਤੇ ਹਰ ਮਹੀਨੇ ਪਿੱਛੋਂ ਇੱਕ ਮਹੀਨੇ ਦੁਆਰਾ ਕਿਹਾ ਹੋਇਆ ਮਹਾਰਾਜ ਸਾਹਿਬ ਦਾ ਉਪਦੇਸ਼ ਆਪਾਂ ਸਰਵਣ ਕਰਦੇ ਹਾਂ। ਆਓ ਇਹ ਸੰਗਰਾਂਦ ਦੇ ਦਿਹਾੜੇ ਨੂੰ ਕਿਵੇਂ ਸਫਲ ਬਣਾਉਣਾ ਹੈ, ਇਹ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਾਡੇ 'ਤੇ ਰਹਿਮਤ ਕਰ ਰਹੇ ਹਨ। ਹਾਜ਼ਰੀ ਲਵਾਈਏ, ਸਾਰੀ ਸੰਗਤ ਇਕਾਗਰਤਾ ਬਖਸ਼ੋ, ਰਸਨਾ ਕਰੋ ਪਵਿੱਤਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅੰਗ 133 ਦੇ ਉੱਤੇ 12 ਮਹਾ ਬਾਣੀ ਸੁਭਾਏਮਾਨ ਹੈ। ਅੱਜ ਦਾ ਚੇਤ ਮਹੀਨੇ ਦਾ ਉਪਦੇਸ਼ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। 12 ਮਹਾ 12 ਤੋਂ ਭਾਵ 12 ਤੇ ਮਹਾ ਤੋਂ ਭਾਵ ਮਹੀਨੇ। 12 ਮਹੀਨਿਆਂ ਦਾ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ਦੇ ਨੇ। ਮਾਝ ਮਹੱਲਾ ਪੰਜਵਾ। ਮਾਝ ਮਾਝੇ ਦਾ ਦੇਸੀ ਰਾਗ ਹੈ। ਇਹਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ ਰਹੇ ਹਨ। ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ। ਸੰਗਤਾਂ ਨੇ ਬੇਨਤੀ ਕੀਤੀ ਸੀ ਸਤਿਗੁਰਾਂ ਨੂੰ ਵੀ ਹੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਭਾਗਾਂ ਵਾਲੀ ਰਸਨਾ ਦੇ ਕੋਲੋਂ ਕਹਿੰਦੇ ਮਹੀਨੇ ਦਾ ਨਾਂ ਸੁਣਨ ਦੇ ਨਾਲ ਮਹੀਨਾ ਸਫਲਾ ਹੋ ਜਾਂਦਾ ਹੈ। ਤਾਂ ਆਪ ਕਿਰਪਾ ਕਰਕੇ ਸਾਨੂੰ ਮਹੀਨੇ ਦਾ ਜਿਹੜਾ ਨਾਮ ਹੈ, ਮਹੀਨੇ ਦਾ ਉਹ ਤੁਸੀਂ ਸੁਣਾ ਦਿਆ ਕਰੋ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ ਵੀ ਠੀਕ ਹੈ ਵੀ ਇਹ ਤੁਸੀਂ ਮੰਨਿਆ ਹੋਇਆ ਹੈ ਵੀ ਮਹੀਨੇ ਦਾ ਨਾਂ ਲੈਣ ਦੇ ਨਾਲ ਇਹ ਰਵਾਇਤ ਤੁਰੀ ਆਉਂਦੀ ਵੀ ਜੇ ਕਿਸੇ ਕੋਲੋਂ ਮਹੀਨੇ ਦਾ ਨਾਂ ਸੁਣ ਲਈਏ ਭਾਗਾਂ ਵਾਲੀ ਰਸਨਾ ਕੋਲੋਂ ਤਾਂ ਕਹਿੰਦੇ ਵੀ ਸਾਰਾ ਮਹੀਨਾ ਸਫਲਾ ਹੋ ਜਾਂਦਾ। ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜਾ ਮਹੀਨਾ ਹੈ ਨਾ, ਘੱਟ ਕਰਨ ਕਿਹਾ ਹੈ, ਗੂੰਜ ਪੈਂਦੀ ਹੈ। ਜਿਹੜਾ ਮਹੀਨਾ ਹੈ ਇਹ ਸਿਮਰਨ ਕੀਤਿਆਂ ਸਫਲਾ ਹੋਣਾ ਹੈ। ਸਿਮਰਨ ਤੋਂ ਬਗੈਰ ਕੋਈ ਇਕੱਲਾ ਕਹਿ ਦਵੇ ਵੀ ਅੱਜ ਚੇਤ ਚੜ੍ਹ ਗਿਆ ਹੈ ਤਾਂ ਇਹਦੇ ਨਾਲ ਜੀਵਨ ਸਫਲ ਨਹੀਂ ਹੋਣਾ। ਜੀਵਨ ਸਫਲ ਹੋਣਾ ਹੈ ਸਿਮਰਨ ਕੀਤਿਆਂ, ਵਾਹਿਗੁਰੂ ਦਾ ਨਾਮ ਜਪਿਆਂ। ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਵੀ ਮਹੀਨਿਆਂ ਦਾ ਨਾਮ ਲੈ ਕੇ 12 ਮਹੀਨਿਆਂ ਦਾ, ਤੇ ਉਹਦੇ ਦੁਆਰਾ ਤੁਖਾਰੀ ਰਾਗ ਦੇ ਵਿੱਚ 12 ਮਹੀਨਿਆਂ ਦੇ ਰਾਹੀਂ ਪਰਮੇਸ਼ਰ ਨਾਲ ਜੁੜਨ ਦਾ ਉਪਦੇਸ਼ ਬਖਸ਼ ਦਿੱਤਾ। ਉਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਬਖਸ਼ਿਆ ਹੋਇਆ ਸੀ। ਫਿਰ ਉਹਦੀ ਹੀ ਵਿਆਖਿਆ, ਉਹਦਾ ਹੀ ਸਟੀਕ ਗੁਰੂ ਅਰਜਨ ਦੇਵ ਜੀ ਨੇ 12 ਮਹਾ ਮਾਝ ਵਾਲਾ ਕੀਤਾ ਹੈ। ਇਹ ਮਾਨੋ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਅਰਥ ਹੀ ਕਰਕੇ ਮਹਾਰਾਜ ਨੇ ਸਰਲ ਉਪਦੇਸ਼ ਦਿੱਤਾ। ਉਹਦਾ ਕਾਰਨ ਐਵੇਂ ਬਣਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਕੋਲ ਇੱਕ ਪੰਡਤ ਵਿਦਵਾਨ ਆਇਆ। ਉਹ ਕਹਿੰਦਾ ਮਹਾਰਾਜ ਮੈਂ ਵਿੱਦਿਆ ਬੜੀ ਜਾਣਦਾ ਹਾਂ। ਭਾਈ ਸਾਲੋ ਜੀ ਦੇ ਟੋਬੇ ਦੇ ਲਾਗੇ ਇਹ ਰਹਿੰਦਾ ਸੀ, ਇਹਦਾ ਘਰ ਸੀ ਅੰਮ੍ਰਿਤਸਰ ਸਾਹਿਬ ਜਦੋਂ ਵਸਿਆ। ਵੀ ਮੈਂ ਵਿੱਦਿਆ ਬੜੀ ਜਾਣਦਾ, ਮੈਨੂੰ ਕਦੇ ਕਥਾ ਕਰਨ ਨੂੰ ਥਾਂ ਨਹੀਂ ਮਿਲਦੀ। ਤੁਹਾਡੀ ਆਗਿਆ ਹੋਵੇ ਤੇ ਸੰਗਰਾਂਦ ਵਾਲੇ ਦਿਨ ਇੱਥੇ ਤੁਹਾਡੇ ਗੁਰਸਿੱਖਾਂ ਨੂੰ ਮੈਂ ਕਥਾ ਸੁਣਾ ਦਿਆ ਕਰਾਂ। ਸਾਹਿਬਾਂ ਨੇ ਤੇ ਤਰਸ ਕਰਕੇ ਵੀ ਵਿਦਵਾਨ ਹੈ ਤੇ ਗਰੀਬ ਹੈ, ਸਾਹਿਬ ਕਹਿੰਦੇ ਸੁਣਾ ਦਿਆ ਕਰ। ਕੁਝ ਸਮਾਂ ਦੇ ਸੰਗਰਾਂਦ ਤੇ ਕਥਾ ਸੁਣਾਉਂਦਾ ਰਿਹਾ। ਇੱਕ ਦਿਨ ਗੁਰਸਿੱਖ ਲੈਣ ਗਏ ਤੇ ਇਹਨੇ ਇਨਕਾਰ ਕਰ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਉਦਣ ਚੇਤ ਮਹੀਨੇ ਦੀ ਹੀ ਸੰਗਰਾਂਦ ਸੀ। ਗੁਰੂ ਮਹਾਰਾਜ ਸਾਹਿਬ ਜਿੱਥੇ ਹੁਣ ਮੰਜੀ ਸਾਹਿਬ ਅਸਥਾਨ ਹੈ ਨਾ, ਇੱਥੇ ਬੈਠੇ ਹੋਏ ਸਨ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਇੱਕ ਬੇਨਤੀ ਕਰਨੀ ਹੈ। ਸਤਿਗੁਰੂ ਕਹਿੰਦੇ ਕਰੋ। ਕਹਿੰਦੇ ਮਹਾਰਾਜ ਜੀ ਉਹ ਜਿਹੜਾ ਪੰਡਤ ਤੁਹਾਡੀ ਆਗਿਆ ਦੇ ਨਾਲ ਸੰਗਰਾਂਦ ਵਾਲੇ ਦਿਨ ਕਥਾ ਸੁਣਾਉਂਦਾ ਹੁੰਦਾ ਸੀ, ਅੱਜ ਉਹਨੇ ਇਨਕਾਰ ਕਰ ਦਿੱਤਾ, ਇਹ ਸਿੱਖ ਲੈਣ ਗਏ। ਮਹਾਰਾਜ ਕਹਿੰਦੇ ਕੀ ਕਹਿੰਦਾ ਏ? ਬਾਬਾ ਬੁੱਢਾ ਜੀ ਕਹਿਣ ਲੱਗੇ ਸਤਿਗੁਰੂ ਜੀ ਉਹ ਕਹਿੰਦਾ ਏ ਵੀ ਮਹੀਨੇ ਦਾ ਫਲਾਦੇਸ਼ ਤੁਸੀਂ ਮੇਰੇ ਕੋਲ ਸੁਣਦੇ ਹੋ ਤੇ ਗੁਰੂ ਤੁਸੀਂ ਗੁਰੂ ਅਰਜਨ ਦੇਵ ਜੀ ਨੂੰ ਮੰਨਦੇ ਹੋ। ਕਹਿੰਦੇ ਵੀ ਜਾਂ ਤਾਂ ਅਸੀਂ ਜੁਗਾਂ ਜੁਗਾਂ ਤੋਂ ਸਾਰਿਆਂ ਦੇ ਗੁਰੂ ਐ, ਸਾਰੇ ਸਾਨੂੰ ਬਾਹਮਣ ਪੰਡਤਾਂ ਨੂੰ ਮੰਨਦੇ ਆਏ ਆ, ਤੇ ਤੁਸੀਂ ਵੀ ਕਹਿੰਦੇ ਵੀ ਸਾਡੀ ਪੂਜਾ ਕਰੋ ਤਾਂ ਮੈਂ ਤੁਹਾਨੂੰ ਮਹੀਨੇ ਦਾ ਉਪਦੇਸ਼ ਸੁਣਾਊਂਗਾ। ਤੇ ਨਾਲ ਹੀ ਇਹ ਵੀ ਕਹਿੰਦਾ ਵੀ ਜਿਹੜਾ ਸਾਡਾ ਮੁੱਖ ਹੈ ਨਾ, ਵੇਦਾਂ ਦੇ ਵਿੱਚ ਲਿਖਿਆ ਹੈ ਵੀ ਬ੍ਰਾਹਮਣ ਦਾ ਪੰਡਤ ਦਾ ਮੁੱਖ ਜਿਹੜਾ ਇਹ ਸਭ ਤੋਂ ਉੱਤਮ ਹੈ, ਤੇ ਇਹਦੇ ਮੁੱਖ ਦੇ ਰਾਹੀਂ ਮਹੀਨੇ ਦਾ ਨਾਮ ਸੁਣਨ ਦੇ ਨਾਲ ਹੀ ਸੁੱਖ ਸ਼ਾਂਤੀ ਆਉਂਦੀ ਹੈ।
ਤੇ ਜੇ ਮੈਂ ਤੁਹਾਨੂੰ ਮਹੀਨੇ ਦਾ ਮਹਾਤਮ ਨਹੀਂ ਨਾ ਦੱਸਾਂਗਾ ਤੇ ਤੁਸੀਂ ਸੁਖੀ ਨਹੀਂ ਹੋ ਸਕੋਗੇ। ਸੋ ਇਸ ਤਰ੍ਹਾਂ ਕਹਿ ਕੇ ਉਹਨੇ ਇਨਕਾਰ ਕੀਤਾ ਵੀ ਜਾਂ ਗੁਰੂ ਅਰਜਨ ਦੇਵ ਨੂੰ ਗੁਰੂ ਮੰਨੋ ਤੇ ਜਾਂ ਫਿਰ ਮੈਨੂੰ ਮੰਨੋ, ਮੈਂ ਤੁਹਾਨੂੰ ਉਪਦੇਸ਼ ਦਿਆਂਗਾ। ਤੇ ਮਹਾਰਾਜ ਕਿਰਪਾ ਕਰੋ ਇਹ ਗੁਰਸਿੱਖਾਂ ਨੂੰ ਇਹਨਾਂ ਪੰਡਤਾਂ ਬ੍ਰਾਹਮਣਾਂ ਦੇ ਭਰਮ ਜਾਲ ਚੋਂ ਕੱਢਣ ਦੇ ਲਈ ਆਪ ਆਪਣੇ ਮੁਖ ਤੋਂ ਮਹੀਨੇ ਦਾ ਨਾਮ ਮਹਾਰਾਜ ਸੁਣਾਓ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਉਹ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਹਿਲਾਂ ਸੁਣਾਇਆ ਹੀ ਹੈ, ਉਹ 12ਵਾਂ ਪੜ੍ਹ ਲਿਆ ਕਰੋ। ਤਾਂ ਕਹਿਣ ਲੱਗੇ ਮਹਾਰਾਜ ਸੰਗਤ ਦੀ ਬੇਨਤੀ ਇਹ ਹੈ ਵੀ ਗੁਰੂ ਨਾਨਕ ਸਾਹਿਬ ਵਾਲੇ 12ਵਾਂ ਜਿਹੜੇ ਨੇ ਉਹਦੇ ਵਿੱਚ ਬੜਾ ਡੂੰਘਾ ਉਪਦੇਸ਼ ਹੈ ਗੁਰਾਂ ਦਾ ਬਖਸ਼ਿਆ ਹੋਇਆ, ਸਾਨੂੰ ਥੋੜ੍ਹਾ ਜਿਹਾ ਸਰਲ ਸਮਝ ਆਉਣ ਵਾਲਾ ਉਪਦੇਸ਼ ਦਿਓ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਵੀ ਅਸੀਂ ਫਿਰ ਗੁਰੂ ਨਾਨਕ ਸਾਹਿਬ ਦੀ ਬਰਾਬਰੀ ਤੇ ਨਹੀਂ ਕਰਾਂਗੇ, ਪਰ ਜੋ ਗੁਰੂ ਨਾਨਕ ਦੇਵ ਜੀ ਨੇ ਬਾਣੀ ਉਚਾਰੀ ਹੈ ਉਹਦਾ ਅਸੀਂ ਟੀਕਾ ਕਰ ਦਿੰਦੇ ਹਾਂ। ਉਹ 12ਵਾਂ ਜਿਹੜੇ ਨੇ ਉਹਨਾਂ 'ਚ ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਉਹਨੂੰ ਸਰਲ ਕਰਕੇ ਤੁਹਾਨੂੰ ਸਮਝਾ ਦਿੰਦੇ ਹਾਂ। ਫਿਰ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਚੇਤ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਕਹਿੰਦੇ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਲਿਆਓ। ਦੇਗ ਲੈ ਆਂਦੀ, ਸਤਿਗੁਰਾਂ ਨੇ ਉਸ ਵੇਲੇ 12ਵਾਂ ਬਾਣੀ ਉਚਾਰਨ ਕੀਤੀ, ਨਾਲ ਮਰਿਆਦਾ ਬੰਨ੍ਹ ਦਿੱਤੀ ਵੀ ਜਿੱਦਣ ਵੀ ਸੰਗਰਾਂਦ ਦਾ ਦਿਹਾੜਾ ਹੋਵੇ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਤੇ 12ਵਾਂ ਦਾ ਪਾਠ ਸਾਰੀ ਸੰਗਤ ਭਾਵਨਾ ਦੇ ਨਾਲ ਸਰਵਣ ਕਰੇ, ਅਤੇ ਫਿਰ ਜਿਹੜਾ ਮਹੀਨਾ ਚੜ੍ਹਿਆ ਹੋਵੇ ਉਹ ਇਕੱਲਾ ਮਹੀਨੇ ਦਾ ਉਪਦੇਸ਼ ਦੁਬਾਰਾ ਫਿਰ ਦੁਹਰਾਇਆ ਜਾਵੇ। ਜਾਂ ਤਾਂ ਉਹਦੀ ਕਹਿੰਦੇ ਵੀ ਜੇ ਕੋਈ ਕਥਾ ਕਰ ਸਕਦਾ ਕਥਾ ਕਰੇ, ਜੇ ਕਥਾ ਕਰਨ ਵਾਲਾ ਕਿਤੇ ਨਾ ਵੀ ਹੋਵੇ ਤਾਂ ਭਾਵਨਾ ਨਾਲ ਉਹ ਪਾਠ ਸੁਣ ਕੇ ਤੇ ਅਰਦਾਸ ਬੇਨਤੀ ਕਰੇ ਵੀ ਮਹਾਰਾਜ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਿਓ ਜਿਹੜਾ ਵੀ ਮਹੀਨਾ ਚੜ੍ਹਿਆ ਹੈ। ਇਹ ਫਿਰ ਮਰਿਆਦਾ ਵੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਕਾਇਮ ਕੀਤੀ, ਕਿਉਂਕਿ ਸਤਿਗੁਰੂ ਸਾਹਿਬ ਜੀ ਸਿੱਖਾਂ ਨੂੰ ਭਰਮ ਜਾਲ ਚੋਂ ਕੱਢਣ ਹੀ ਆਏ ਸਨ ਤੇ ਬ੍ਰਾਹਮਣ ਨੇ ਆਪਣੇ ਭਰਮ ਜਾਲ ਦੇ ਵਿੱਚ ਪਾਇਆ ਹੋਇਆ ਸੀ। ਭਰਮ ਜਾਲ 'ਚ ਐਸਾ ਪਾਇਆ ਸੀ ਕਿਉਂਕਿ ਲੋਕਾਂ ਨੂੰ ਨਾ ਕਿਹਾ ਸੀ ਵੀ ਮਹੀਨਾ ਜਿਵੇਂ ਲਾ ਲਓ ਵੀ ਅੱਜ ਚੇਤ ਚੜ੍ਹਿਆ ਹੈ, ਪਰ ਬ੍ਰਾਹਮਣ ਇੰਨੇ ਲੋਕ ਡਰਾਏ ਸਨ ਕੋਈ ਕਹਿ ਨਹੀਂ ਸੀ ਸਕਦਾ ਵੀ ਅੱਜ ਚੇਤ ਚੜ੍ਹਿਆ ਜਿੰਨਾ ਚਿਰ ਬ੍ਰਾਹਮਣ ਨਾ ਕਹੇ। ਉਹਨੂੰ ਜਾ ਕੇ ਪੁੱਛਣਾ ਪੈਂਦਾ ਸੀ ਵੀ ਪੰਡਤ ਜੀ ਅੱਜ ਮਹੀਨੇ ਦਾ ਨਾਮ ਦੱਸ ਦਿਓ। ਉਹਨੇ ਫਿਰ ਅੱਗੋਂ ਕਹਿਣਾ ਵੀ ਅੱਜ ਚੇਤ ਚੜ੍ਹਿਆ ਹੈ, ਪਰ ਚੇਤ ਵੀ ਦੱਸਣ ਤੋਂ ਪਹਿਲਾਂ ਉਹਨੇ ਕਹਿਣਾ ਲਿਆਓ 1 ਰੁਪਈਆ, ਕੋਈ ਆਨਾ, ਕੋਈ ਰੁਪਈਆ, ਕੋਈ ਟਕਾ ਦਾਨ ਕਰੋ। ਜਦੋਂ ਦਾਨ ਕਰਨਾ ਕਿਸੇ ਨੇ ਅੱਗੇ ਭੇਟਾ ਚੜਾਉਣੀ ਫਿਰ ਉਹਨੇ ਕਹਿਣਾ ਵੀ ਜਾਓ ਅੱਜ ਚੇਤ ਚੜ੍ਹ ਗਿਆ ਹੈ। ਇਹ ਇੱਦਾਂ ਡਰਾਏ ਹੋਏ ਸਨ ਵੀ ਜੇ ਕੋਈ ਆਪਣੇ ਆਪ ਚੇਤ ਮਹੀਨੇ ਦਾ ਜਾਂ ਸੰਗਰਾਂਦ ਵਾਲੇ ਦਿਨ ਕਿਸੇ ਵੀ ਮਹੀਨੇ ਦਾ ਨਾਮ ਲਊਗਾ ਉਹ ਮੇਰੇ ਤੋਂ ਬਗੈਰ ਨਾਮ ਲੈਣ ਵਾਲੇ ਦਾ ਕਾਰੋਬਾਰ ਜਿਹੜਾ ਹੈ ਉਹ 'ਚ ਨੁਕਸਾਨ ਹੋਊਗਾ। ਫਸਲਵਾੜੀ ਕਹਿੰਦੇ ਵੀ ਉਜਾੜੀ ਜਾਊਗੀ। ਜੇ ਉਹ ਮਾਲ ਡੰਗਰ ਰੱਖਿਆ ਮਾਲ ਡੰਗਰ ਦੁੱਧ ਲਵੇਰਾ ਜਿਹੜਾ ਹੈ ਉਹਦਾ ਨੁਕਸਾਨ ਹੋ ਜਾਏਗਾ। ਇੱਦਾਂ ਲੋਕਾਂ ਨੂੰ ਡਰਾਇਆ ਸੀ ਵੀ ਆਪਣੇ ਆਪ ਤੁਸੀਂ ਕਹਿ ਨਹੀਂ ਸਕਦੇ ਵੀ ਅੱਜ ਸੰਗਰਾਂਦ ਤੇ ਫਲਾਨਾ ਮਹੀਨਾ ਹੈ, ਜੇ ਕਹੋਗੇ ਤਾਂ ਤੁਹਾਡਾ ਕੰਮ ਸਾਰਾ ਠੱਪ ਹੋ ਜਾਊਗਾ। ਉਹ ਦੁਕਾਨ ਚਲਾਈ ਸੀ ਨਾ, ਦੁਕਾਨਦਾਰੀਆਂ ਲੋਕ ਚਲਾ ਲੈਂਦੇ ਨੇ, ਸੰਗਠਨ ਜੇ ਬਣਾਏ ਹੁੰਦੇ ਨੇ, ਉਹ ਲੋਕਾਂ ਨੂੰ ਵਿਚਾਰਿਆਂ ਨੂੰ ਝੂਠ ਸੱਚ ਜਿਹਾ ਬੋਲ ਕੇ ਡਰਾ ਕੇ ਪਿੱਛੇ ਲਾ ਲੈਂਦੇ ਆ। ਲੋਕ ਵਿਚਾਰੇ ਡਰਦੇ ਪਿੱਛੇ ਲੱਗ ਜਾਂਦੇ ਆ ਵੀ ਇਹ ਪੰਡਤ ਜੀ ਠੀਕ ਕਹਿ ਰਹੇ ਆ ਵੀ ਜਿੱਦਾਂ ਕੋਈ ਸੁਭਾਵਕ ਕੋਈ ਪ੍ਰਕਿਰਿਆ ਹੋ ਜੇ, ਕਹਿੰਦੇ ਵੀ ਇਹਨੇ ਆਪਣੇ ਆਪ ਮਹੀਨੇ ਦਾ ਨਾਂ ਲਿਆ ਸੀ ਇਸ ਕਰਕੇ ਵੀ ਇਹਦਾ ਵੇਖੋ ਨੁਕਸਾਨ ਹੋ ਗਿਆ। ਲੋਕ ਹੋਰ ਡਰ ਜਾਂਦੇ ਆ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਗਏ ਆਗਰੇ, ਉੱਥੇ ਵੀ ਇੱਕ ਇੱਦਾਂ ਦਾ ਠੱਗ ਜਿਹਾ ਸੀ, ਸੰਗਠਨ ਜਿਹਾ ਬਣਿਆ ਹੋਇਆ ਸੀ। ਉਹ ਸੰਗਠਨ ਬਣਾ ਕੇ ਲੋਕਾਂ ਨੂੰ ਐਵੇਂ ਲੁੱਟਦੇ ਸਨ ਵੀ ਉਹਨਾਂ ਨੇ ਇੱਕ ਜਿਹੜਾ ਨਕਲੀ ਜਿਹਾ ਗੁਰੂ ਬਣਿਆ। ਮਹਾਰਾਜ ਸਾਹਿਬ ਗਏ, ਉਹਦੇ ਚੇਲਿਆਂ ਨੂੰ ਪੁੱਛਿਆ, ਕਹਿੰਦੇ ਵੀ ਇੱਥੇ ਕੌਣ? ਕਹਿੰਦੇ ਸਾਡੇ ਪੂਰੇ ਗੁਰੂ ਨੇ। ਉਹ ਕਰਦਾ ਕੀ ਸੀ ਵੀ ਜਿਹੜੇ ਕਮਰੇ ਵਿੱਚ ਉਹ ਸੰਤ ਬਣ ਕੇ ਜਾਂ ਗੁਰੂ ਬਣ ਕੇ ਬੈਠਾ ਸੀ ਨਾ ਪਖੰਡੀ, ਉਸ ਕਮਰੇ ਦੇ ਬਾਹਰ ਦਰਵਾਜ਼ੇ ਜਿਹੜੇ ਸਨ 10 ਤਿੱਕਰ ਲਾਏ ਹੋਏ ਸਨ, ਅਤੇ ਉਹ ਜਿਹੜੇ ਲੋਕਾਂ ਦੇ ਦੁੱਖ ਸਨ ਉਸ ਹਿਸਾਬ ਦੇ ਨਾਲ ਉਹਨਾਂ ਨੇ ਹਿਸਾਬ ਕਿਤਾਬ ਲਾਇਆ ਹੋਇਆ ਸੀ ਵੀ ਜੇ ਕੋਈ ਆਵੇ ਕਹੇ ਵੀ ਮੇਰੇ ਔਲਾਦ ਨਹੀਂ ਹੈਗੀ, ਉਹਨੂੰ 1 ਨੰਬਰ ਥਾਣੀ ਕਹਿੰਦੇ ਅਸੀਂ ਭੇਜਾਂਗੇ, ਤੂੰ ਸਮਝ ਲਈ ਵੀ ਇਹਦੇ ਔਲਾਦ ਨਹੀਂ ਹੈ। ਜਿਹੜਾ ਕੋਈ ਬਿਮਾਰੀ ਨਾਲ ਪੀੜਤ ਹੈ ਉਹ ਰੱਖਿਆ ਸੀ ਵੀ 2 ਨੰਬਰ ਦਰਵਾਜ਼ੇ ਰਾਹੀਂ ਭੇਜਾਂਗੇ,
ਤੇ ਉਹ ਸਮਝ ਜਾਵੇ। ਇਵੇਂ 1 2 10 ਦਰਵਾਜ਼ੇ ਵੱਖੋ ਵੱਖਰੇ ਉਹਨਾਂ ਆਪਣੇ ਕੋਡਵਰਡ ਬਣਾਏ ਸਨ। 1 ਨੰਬਰ 'ਚੋਂ ਕੋਈ ਅੰਦਰ ਗਿਆ, ਹਲੇ ਮੱਥਾ ਹੀ ਟੇਕਿਆ, ਦੂਰੋਂ ਹੀ ਕਹਿਣ ਲੱਗਾ ਹਾਂ ਔਲਾਦ ਨਹੀਂ ਹੈਗੀ, ਘਰ 'ਚ ਸੰਤਾਨ ਨਹੀਂ ਆਉਂਦੀ। ਉਹ ਕਹਿੰਦੇ ਵੀ ਕਿਵੇਂ ਪਤਾ, ਇਹਦਾ ਅੰਤਰਜਾਮੀ ਹੈ। ਜੇ ਕੋਈ 2 ਨੰਬਰ ਥਾਣੀ ਅੰਦਰ ਆਇਆ, ਕਹਿੰਦੇ ਹਾਂ ਵੀ ਰੋਗ ਖਹਿੜਾ ਨਹੀਂ ਛੱਡਦੇ। ਉਹ ਬੰਦਾ ਇੰਨੇ 'ਚ ਹੀ ਫਸ ਜਾਂਦਾ ਸੀ ਵੀ ਇਹਨੂੰ ਮੈਂ ਦੱਸਿਆ ਤਾਂ ਹੈ ਨਹੀਂ ਹਾਲਾਂ, ਪਰ ਇਹਨੂੰ ਪਹਿਲਾਂ ਕਿਵੇਂ ਪਤਾ ਲੱਗ ਗਿਆ। ਇਸ ਤਰ੍ਹਾਂ ਇਹ ਸੰਗਠਨ ਜੇ ਬਣਾ ਕੇ ਠੱਗ ਜੇ ਲੋਕ ਤੇ ਲੁੱਟਦੇ ਹੁੰਦੇ ਸਨ, ਆਪਣੇ ਭਰਮ ਜਾਲ 'ਚ ਲੋਕਾਂ ਨੂੰ ਫਸਾਉਂਦੇ ਸਨ। ਇਹ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਾ ਕੇ ਫਿਰ ਉਹਦਾ ਭਰਮ ਜੇ ਦਾ ਭਾਂਡਾ ਵੀ ਭੰਨਿਆ, ਦੇ ਨਾਲੇ ਉਹਨੂੰ ਸਿੱਧੇ ਰਾਹ 'ਤੇ ਵੀ ਪਾਇਆ ਵੀ ਇਹ ਪਖੰਡ ਜਿਹਾ ਕਿਉਂ ਕਰਦਾ, ਵੀ ਲੋਕਾਂ ਦੇ ਭਾਵਨਾ ਨਾਲ ਖਿਲਵਾੜ ਕਰਦਾ ਹੈ। ਸੋ ਇਹ ਲੋਕ ਸੰਗਠਨ ਜਿਹਾ ਬਣਾ ਲੈਂਦੇ ਨੇ, ਜਿਵੇਂ ਸੱਜਣ ਠੱਗ ਦੀ ਹੀ ਸਾਖੀ ਸੁਣਦੇ ਆਂ, ਬਾਅਦ ਸੱਜਣ ਸੰਤ ਬਣ ਗਿਆ। ਉਹ ਵੀ ਸੰਗਠਨ ਜਿਹਾ ਇੱਦਾਂ ਹੀ ਬਣਿਆ ਸੀ। ਉੱਥੇ ਮਸਜਿਦ ਵੀ ਬਣਾਈ, ਮੰਦਰ ਵੀ ਬਣਾਇਆ, ਸਰਾਂ ਵੀ ਬਣੀ। ਜਿੱਦਾਂ ਦਾ ਕੋਈ ਆ ਗਿਆ, 4 5 ਬੰਦੇ ਉਹਦੇ ਅੱਗੇ ਪਿੱਛੇ, ਆਓ ਜੀ, ਬੈਠੋ ਜੀ, ਛਕੋ ਜੀ। ਆਉਣ ਵਾਲਾ ਸੋਚਦਾ ਸੀ ਵੀ ਇਹ ਬੜੀ ਸੇਵਾ ਕਰਦੇ ਆ। ਉਹ ਪਤਾ ਉਦੋਂ ਹੀ ਲੱਗਦਾ ਸੀ ਜਦੋਂ ਰਾਤ ਨੂੰ ਕੱਪੜਿਆਂ ਸਮੇਤ ਸਾਰਾ ਕੁਝ ਹੀ ਲਾ ਲੈਂਦੇ ਸਨ। ਤੇ ਜੇ ਤਾਂ ਕੋਈ ਚੁੱਪ ਕਰਕੇ ਚਲਾ ਗਿਆ, ਜਿਹੜਾ ਆੜੀ ਫੜੀ ਕਰੇ ਉਹਨੂੰ ਮਾਰ ਕੇ ਖੂਹ ਸੁੱਟ ਦਿੰਦੇ ਸਨ। ਇਵੇਂ ਠੱਗਾਂ ਦੇ ਟੋਲੇ ਜਿਹੜੇ ਨੇ ਨਾ, ਇਹ ਸੰਗਠਨ ਦੇ ਰੂਪ ਦੇ ਵਿੱਚ ਉਦੋਂ ਵੀ ਸਨ, ਇਹ ਹੁਣ ਵੀ ਹਨ। ਇਹ ਗਿਆਨੀ ਜੀ ਕਥਾ ਕਰਦਿਆਂ ਦੱਸਦੇ ਹੁੰਦੇ ਸੀ ਵੀ ਇਹ 70 ਦੇ ਲਾਗੇ ਬੰਨੇ ਇੱਕ ਖੰਭਾਂ ਵਾਲਾ ਬਾਬਾ ਹੋਇਆ। ਉਹ ਇੱਦਾਂ ਕਰਦਾ ਹੁੰਦਾ ਸੀ ਵੀ ਉਹ ਟ੍ਰੇਨ ਵਾਲੇ, ਰੇਲ ਵਾਲੇ ਦੇ ਨਾਲ ਹੀ ਉਹਨਾਂ ਨੇ ਆਪਣੀ ਸਾਂਠ ਗਾਣ ਜੀ ਕੀਤੀ ਤੇ ਲੋਕਾਂ ਨੂੰ ਭਰਮਾਉਣ ਦੇ ਲਈ ਉਹਨਾਂ ਆਖਣਾ ਵੀ ਜੇ ਕੋਈ ਲਾਗੇ 4 ਚੇਲੇ ਬੈਠੇ, ਉਹਨੇ ਕਹਿਣਾ ਟ੍ਰੇਨ ਆਉਂਦੀ, ਰੋਕ ਕੇ ਵਿਖਾਵਾਂ। ਉਹ ਖੰਭ ਜੇ ਅੱਗੇ ਕਰ ਦੇਣੇ, ਟ੍ਰੇਨ ਲਾਗੇ ਆ ਕੇ ਰੁਕ ਜਾਣੀ। ਲੋਕਾਂ ਸਮਝ ਲੈਣਾ ਵੀ ਬਾਬੇ ਨੇ ਆਪਣੀ ਸ਼ਕਤੀ ਨਾਲ ਰੋਕ ਦਿੱਤੀ ਹੈ। ਪਰ ਅਸਲ ਜੋ ਡਰਾਈਵਰ ਨੂੰ ਪੈਸੇ ਦਿੱਤੇ ਸੀ ਵੀ ਤੂੰ ਜਦੋਂ ਐਦੀ ਲੰਘੇ ਤਾਂ ਅਸੀਂ ਖੰਭ ਜੇ ਵਿਖਾਵਾਂਗੇ, ਤੂੰ ਟ੍ਰੇਨ ਥੋੜ੍ਹੀ ਜਿਹੀ ਰੋਕ ਕੇ ਫੇਰ ਤੁਰ ਲਿਆ ਕਰ। ਉਹ ਬਾਅਦ ਵਿੱਚ ਉਹਨਾਂ ਦਾ ਭਾਂਡਾ ਜਿਹਾ ਵੀ ਭੱਜ ਗਿਆ ਸੀ, ਫੜੇ ਗਏ ਸਾਰੇ। ਇੱਦਾਂ ਲੋਕ ਸੰਗਠਨ ਬਣਾ ਕੇ ਤੇ ਠੱਗਦੇ ਨੇ, ਲੁੱਟਦੇ ਹਨ। ਹੁਣ ਹਜ਼ਾਰਾਂ, 10-10 ਹਜ਼ਾਰ ਦੀ ਗਿਣਤੀ, ਲੱਖ ਬੰਦਾ ਇੱਕ ਸੰਗਠਨ ਨਾਲ ਜੁੜਿਆ ਹੈ। ਉਹ ਠੱਗਣ ਦੇ ਬੜੇ ਢੰਗ ਤਰੀਕੇ ਹੈ। ਫਾਇਦਾ ਦੱਸਦੇ ਨੇ ਵੀ ਤੁਹਾਡਾ ਫਾਇਦਾ ਕਰਾ ਦਾਂਗੇ, ਸਾਡੇ ਨਾਲ ਜੁੜੋ, ਉਹ ਤੁਹਾਡੇ ਅਕਾਊਂਟ 'ਚ ਪੈਸੇ ਆਉਣਗੇ। ਆਹ ਮੇਰਾ ਵੇਖੋ ਇੰਨੇ ਹਜ਼ਾਰ ਦਾ ਚੈੱਕ ਆ ਗਿਆ, ਦੂਜਾ ਵਿਖਾਉਂਦਾ ਮੇਰਾ ਇੰਨੇ ਲੱਖ ਦਾ ਆ ਗਿਆ। ਕੋਈ ਕਹਿੰਦਾ ਮੈਨੂੰ ਐਡੀ ਵੱਡੀ ਗੱਡੀ ਮਿਲ ਗਈ, ਆਹ ਵੇਖੋ ਚਾਬੀ ਫੜਾਉਂਦੇ ਦੀ ਫੋਟੋ। ਲੋਕ ਵਿਚਾਰੇ ਫੇਰ ਫਸ ਜਾਂਦੇ ਆ, ਭਾਵੇਂ ਧਰਮ ਦੇ ਨਾਂ 'ਤੇ ਹੋਵੇ ਤੇ ਭਾਵੇਂ ਬਿਜ਼ਨਸ ਦੇ ਨਾਂ 'ਤੇ ਹੋਵੇ। ਜਿਹਦੇ ਵਿੱਚ ਲੋਕ ਫਸਦੇ ਦਿਖਣ ਨਾ, ਠੱਗ ਉਹੀ ਕੰਮ ਕਰਨ ਲੱਗ ਪੈਂਦੇ ਆ। ਜਦੋਂ ਵੇਖਿਆ ਵੀ ਕੰਮ ਵੋਟਾਂ ਦਾ ਚੱਲਿਆ ਹੈ, ਠੱਗ ਵੋਟਾਂ 'ਚ ਆ ਗਏ। ਉਹ ਕਹਿੰਦੇ ਵੀ ਲੋਕ ਇੱਥੇ ਫਸਦੇ ਆ, ਫਸਦੇ ਵੀ ਆ। ਉਹ ਚੰਗੀ ਤਰ੍ਹਾਂ ਛਿੱਲ ਲਾਉਂਦੇ ਆ ਰਹੇ ਨੇ, ਇਹ ਲਹਾਉਂਦੇ ਆ ਰਹੇ ਨੇ। ਲੋਕ ਸਾਡੇ ਉਹਨਾਂ ਦੇ ਅੱਗੇ ਫਸ ਜਾਂਦੇ, ਇੰਨੇ ਝੂਠ ਬੋਲਦੇ ਨੇ, ਤੁਹਾਨੂੰ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਲੋਕ ਮੰਨ ਜਾਂਦੇ ਆ ਵੀ ਉਹਨਾਂ ਘਰੋਂ ਕਰ ਦੇਣਾ ਹੈ, ਵੀ ਉਹ ਕਿੱਥੋਂ ਲਿਆ ਕੇ ਦੇਣਗੇ, ਜਾਂ ਅਸਮਾਨ 'ਚੋਂ ਕੋਈ ਮੀਂਹ ਪੈਂਦਾ ਹੈ ਪੈਸੇ ਦਾ ਵੀ ਤੁਹਾਨੂੰ ਉਹਦੇ ਨਾਲ ਸਹੂਲਤਾਂ ਦੇਣਗੇ। ਤੁਹਾਡੀ ਹੀ ਉਹਨਾਂ ਨੇ ਉੱਨ ਲਾ ਕੇ ਤੁਹਾਨੂੰ ਹੀ ਕੰਬਲ ਬਣਾ ਕੇ ਦੇਣੇ ਆ। ਜਿਵੇਂ ਭੇਡਾਂ ਦੀ ਉੱਨ ਲਾਉਂਦੇ ਨੇ ਨਾ, ਫਿਰ ਭੇਡਾਂ ਦੇ ਉਹਦਾ ਕੰਬਲ ਦੇਈ ਜਾਵੇ ਵੀ ਤੈਨੂੰ ਕੰਬਲ ਠੰਡ ਤੋਂ ਬਚਾਉਣ ਲਈ। ਵੀ ਉਹ ਜਿਹੜੀ ਖੱਲ ਤਾਂ ਉਹਦੀ ਭੇਡ ਦੀ ਲੱਥੀ ਹੈ ਨਾ, ਤੁਹਾਡੀ ਹੀ ਖੱਲ ਲਾ ਕੇ ਤੇ ਤੁਹਾਨੂੰ ਹੀ ਕਹਿੰਦੇ ਵੀ ਅਸੀਂ ਸਹੂਲਤ ਦੇ ਰਹੇ ਹਾਂ। ਸੋ ਇਸ ਤਰ੍ਹਾਂ ਇਹ ਠੱਗਾਂ ਦੇ ਟੋਲੇ ਜਿਹੜੇ ਨੇ, ਧਰਮ ਦੇ ਨਾਮ ਦੇ ਉੱਤੇ ਵੀ, ਬਿਜ਼ਨਸ ਦੇ ਨਾਂ ਦੇ ਉੱਤੇ ਵੀ, ਰਾਜਨੀਤੀ ਦੇ ਨਾਂ ਦੇ ਉੱਤੇ ਵੀ ਸਦੀਆਂ ਤੋਂ ਲੁੱਟਦੇ ਆਏ ਆ। ਤੇ ਲੋਕ ਜਿਹੜੇ ਆ ਲੁਟੀਂਦੇ ਰਹੇ ਨੇ ਆਪਣੇ ਆਪ ਨੂੰ। ਉਹ ਲੁੱਟੂਆਂ ਦੇ ਕੋਲੋਂ ਬਚਾਉਣ ਲਈ ਹੀ ਗੁਰੂ ਨਾਨਕ ਸਾਹਿਬ ਨੇ ਹੋਕਾ ਦਿੱਤਾ। ਸਾਹਿਬ ਕਹਿੰਦੇ ਵੀ ਨਾ ਇਹਨਾਂ ਦੇ ਜਾਲ ਵਿੱਚ ਫਸੋ, ਨਾ ਇਹਨਾਂ ਠੱਗਾਂ ਦੇ ਭਰਮ ਦੇ ਵਿੱਚ ਫਸੋ। ਜਿਵੇਂ ਸਤਿਗੁਰੂ ਸਾਹਿਬ ਜੀ ਜਦੋਂ ਲਾਹੌਰ ਗਏ, ਗੁਰੂ ਨਾਨਕ ਦੇਵ ਸਾਹਿਬ, ਉੱਥੇ ਰਾਵੀ ਦੇ ਕੰਢੇ ਦੇ ਉੱਤੇ ਇੱਕ ਪੰਡਤ ਜੀ ਬੈਠੇ ਅੱਖਾਂ ਮੀਟ ਕੇ, ਲੋਕਾਂ ਦੀ ਦੂਰ ਤਾਈਂ ਲੈਣ ਲੱਗੀ। ਪਤਾ ਕੀਤਾ, ਉਹ ਕਹਿੰਦਾ ਦੱਸਦਾ ਹੈ ਵੀ ਜਦੋਂ ਮੈਂ ਅੱਖਾਂ ਮੀਟਾਂ ਤਾਂ ਉਦੋਂ ਮੈਨੂੰ 3 ਲੋਕਾਂ ਦਾ ਗਿਆਨ ਹੁੰਦਾ। ਜਦੋਂ ਮੇਰੀ ਸਮਾਧੀ ਲੱਗਦੀ ਹੈ ਤੇ ਜਿਹਨੇ ਸਵਰਗਾਂ ਦੀ ਥਾਂ ਬੁੱਕ ਕਰਾਉਣੀ ਹੈ, ਲੋਟੇ 'ਚ ਪੈਸੇ ਪਾਈ ਜਾਓ ਭੇਟਾ ਦੇ, ਤੁਹਾਡੀ ਮੈਂ ਸਵਰਗਾਂ 'ਚ ਜਿਹੜੀ ਸੀਟ ਹੈ ਨਾ ਉਹ ਪੱਕੀ ਕਰ ਦਿੰਦਾ ਥਾਂ। ਲੋਕ ਵੀ ਵਿਚਾਰੇ ਉਸੇ ਤਰ੍ਹਾਂ ਕਰੀ ਜਾਣ। ਮਹਾਰਾਜ ਸਾਹਿਬ ਵਹਿੰਦੇ ਰਹੇ ਵੀ ਕਿੱਡਾ ਤਗੜਾ ਠੱਗ ਹੈ।
ਫਿਰ ਭਾਈ ਮਰਦਾਨੇ ਨੂੰ ਕਹਿੰਦੇ ਵੀ ਅਜੀ 'ਚ ਮਾਇਆ ਇਕੱਠੀ ਹੋਈ ਹੈ ਨਾ, ਇਹ ਕਹਿੰਦੇ ਵੀ ਇਹਦੇ ਪਿਛਲੇ ਪਾਸੇ ਰੱਖਿਆ। ਭਾਈ ਮਰਦਾਨਾ ਜੀ ਨੇ ਉਵੇਂ ਹੀ ਕੀਤਾ। ਉਹ ਹੁਣ ਹੈ ਠੱਗ ਜਿਹਾ ਸੀ, ਉਹ ਕੀ ਕਰਦਾ, ਅੱਖਾਂ ਦਾ ਮੀਟੀਆਂ ਪਰ ਥੋੜ੍ਹੀ ਜਿਹੀ ਇੱਕ ਅੱਖ ਖੋਲ੍ਹ ਕੇ ਵੇਖ ਲੈਂਦਾ ਸੀ ਵੀ ਮਾਇਆ ਕਿੰਨੀ ਕੁ ਇਕੱਠੀ ਹੋਈ ਹੈ। ਉਹ ਜਦੋਂ ਉਹਨੇ ਵੇਖਿਆ ਤਾਂ ਅੱਗੇ ਉਹ ਜਿਹ 'ਚ ਮਾਇਆ ਪਈ ਉਹ ਲੋਟਾ ਹੈ ਨਹੀਂ, ਮੰਨ ਲਓ ਵੀ ਗੋਲਕ ਅੱਗੋਂ ਚੁੱਕੀ ਗਈ ਉਹਦੇ। ਉਹ ਬਸ ਵੇਖ ਫੇਰ ਕੀ ਸੀ, ਪਹਿਲਾਂ ਤਾਂ ਮੱਠੀ ਜੀ ਅੱਖ ਖੋਲ੍ਹੀ, ਫਿਰ ਸਾਰੀਆਂ ਹੀ ਅੱਖਾਂ ਖੁੱਲ੍ਹ ਗਈਆਂ। ਫਿਰ ਕੰਬਣ ਲੱਗ ਪਿਆ, ਗੁੱਸੇ 'ਚ ਲਾਲ ਪੀਲਾ, ਸੱਜੇ ਵੇਖਿਆ ਖੱਬੇ ਵੇਖਿਆ, 4 ਚੁਫੇਰੇ ਵੇਖਿਆ ਕਿ ਹੁਣ ਕਿਸੇ ਨੂੰ ਚੰਗੀ ਤਰ੍ਹਾਂ ਕਹਿ ਵੀ ਨਹੀਂ ਸਕਦਾ ਵੀ ਲੋਕ ਆਖਣਗੇ ਬਾਬਾ ਪੈਸੇ ਕਰਕੇ ਤੜਫ ਰਿਹਾ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਵੱਲ ਵੀ ਵੇਖਿਆ, ਕਹਿੰਦਾ ਵੀ ਮੇਰਾ ਇੱਥੋਂ ਲੋਟਾ ਜਿਹੜਾ ਹੈ ਉਹ ਕਿਸੇ ਨੇ ਚੁੱਕਿਆ ਹੋਵੇ। ਸਤਿਗੁਰੂ ਸਾਹਿਬ ਜੀ ਨੇ ਫਿਰ ਲੋਹਾ ਗਰਮ ਵੇਖ ਕੇ ਸੱਟ ਮਾਰੀ। ਸਾਹਿਬ ਕਹਿੰਦੇ ਪੰਡਤ ਜੀ ਹੁਣੇ ਦੇ ਲੋਕਾਂ ਨੂੰ ਤੁਸੀਂ ਤਰਲੋਕੀ ਦੀ ਗਿਆਤ ਹੋਣ ਦੀ ਗੱਲ ਕਹਿ ਰਹੇ ਸੀ ਵੀ 3 ਲੋਕਾਂ ਦੀ ਸੋਝੀ ਹੁੰਦੀ ਜਦੋਂ ਮੇਰੀ ਸਮਾਧੀ ਲੱਗਦੀ ਹੈ ਅੱਖਾਂ ਬੰਦ ਕਰਕੇ, ਤੇ 3 ਲੋਕਾਂ ਦਾ ਗਿਆਨ ਹੁੰਦਾ। ਕਹਿੰਦੇ ਅੱਖਾਂ ਬੰਦ ਕਰਕੇ ਆਪਣਾ ਲੋਟਾ ਵੀ ਪਤਾ ਕਰੋ ਵੀ ਕਿੱਥੇ ਹੈ। ਫਿਰ ਉਹਨੂੰ ਪਤਾ ਸੀ ਨਾ ਵੀ ਮੈਂ ਝੂਠਾ ਆ, ਉਹ ਸ਼ਰਮਿੰਦਾ ਜਿਹਾ ਹੋ ਗਿਆ। ਕਹਿੰਦਾ ਮਹਾਰਾਜ ਇਹ ਤਾਂ ਐਵੇਂ ਹੀ ਹੈ, ਤੁਹਾਨੂੰ ਪਤਾ ਹੀ ਹੈ। ਸਾਹਿਬ ਕਹਿੰਦੇ ਵੀ ਤੇਰੇ ਪਿੱਛੇ ਪਿਆ। ਉਹਨੇ ਜਦੋਂ ਪਿੱਛੇ ਮੁੜ ਕੇ ਵੇਖਿਆ ਤੇ ਉਹ ਲੋਟਾ ਜਿਹੜਾ ਉਹਦੇ ਮਗਰ ਪਿਆ ਸੀ ਮਾਇਆ ਦਾ ਭਰਿਆ ਹੋਇਆ। ਉਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਿਹਾ ਸੀ ਵੀ ਆੜ ਸੇਤੀ ਨਾਗ ਪਕੜੇ ਸੂਝ ਤੇ 3 ਲੋ, ਮਗਰ ਪਾਛੈ ਕਸ ਨਾ ਸੂਝੈ ਇਹ ਪਦਮ ਅਲੋ। ਸਾਹਿਬ ਕਹਿੰਦੇ ਵੀ ਉੱਦਾਂ ਕਹਿੰਦਾ ਵੀ ਮੈਨੂੰ 3 ਲੋਕਾਂ ਦੀ ਸੋਝੀ ਹੈ, ਪਰ ਤੇਰੇ ਮਗਰ ਪਈ ਹੋਈ ਚੀਜ਼ ਦਾ ਤੈਨੂੰ ਰੱਤਾ ਗਿਆਨ ਨਹੀਂ ਹੈ ਵੀ ਤੂੰ ਇਹ ਕਾਹਦਾ ਪਖੰਡ ਦਾ ਕੰਮ ਚਲਾਇਆ। ਕਹਿੰਦਾ ਮਹਾਰਾਜ ਲੋਕ ਉੱਦਾਂ ਜੇਬਾਂ ਢਿੱਲੀਆਂ ਨਹੀਂ ਕਰਦੇ, ਇੱਦਾਂ ਹੀ ਇਤਿਹਾਸ 'ਚ ਲਿਖਿਆ। ਜੇ ਮਹਾਰਾਜ ਇਹਨਾਂ ਨੂੰ ਇੰਨਾ ਕੁ ਕਰਕੇ ਨਾ ਵਿਖਾਈਏ ਤੇ ਲੋਕ ਜੇਬ ਢਿੱਲੀ ਨਹੀਂ ਕਰਦੇ, ਸੱਚੇ ਬੰਦੇ ਨੂੰ ਤਾਂ ਦਮੜੀ ਨਹੀਂ ਦਿੰਦੇ। ਇਹ ਜਿਹੜਾ ਕਹਿੰਦੇ ਵੀ ਲੁੱਟਦਾ ਹੈ ਨਾ ਭਰਮ ਜਿਹਾ ਪਾ ਕੇ ਉਹਨੂੰ ਦਿੰਦੇ ਨੇ। ਸਾਹਿਬ ਕਹਿੰਦੇ ਨਹੀਂ ਭਾਈ, ਪਰਮੇਸ਼ਰ 'ਤੇ ਭਰੋਸਾ ਰੱਖੋ, ਆਪੇ ਹੀ ਦਵੇਗਾ। ਇਹਨਾਂ ਲੋਕਾਂ ਕੋ ਕਢਾਉਣ ਦੇ ਲਈ ਪਖੰਡ ਕਰਨ ਦੀ ਲੋੜ ਨਹੀਂ ਹੈ। ਸੋ ਇਸ ਤਰ੍ਹਾਂ ਕਹਿਣ ਤੋਂ ਭਾਵ ਹੈ ਵੀ ਐਵੇਂ ਲੋਟੂ ਜੇ ਸੰਗਠਨ ਜਿਹੜੇ ਨੇ ਨਾ ਇਹ ਸ਼ੁਰੂ ਤੋਂ ਹੀ ਜਿਹੜੇ ਇਹ ਕੰਮ ਕਰਦੇ ਆਏ ਅੱਜ ਵੀ ਲੁੱਟ ਰਹੇ ਨੇ, ਤੇ ਗੁਰੂ ਸਾਹਿਬ ਉਹਨਾਂ ਤੋਂ ਬਚਾਉਣ ਲਈ ਆਏ ਸਨ। ਇਸ ਕਰਕੇ ਮਹਾਰਾਜ ਨੇ 12ਵਾਂ ਬਾਣੀ ਉਚਾਰੀ ਹੈ। ਕਈ ਅੱਜ ਵੀ ਤਰਕ ਕਰੀ ਜਾਣਗੇ ਜੀ ਸੰਗਰਾਂਦ 'ਤੇ ਕਿਉਂ ਗੁਰੂ ਘਰ ਜਾਣਾ। ਉਹ ਮਹਾਰਾਜ ਨੇ ਤਾਂ ਗੁਰੂ ਘਰ ਨਾਲ ਜੋੜਦੇ, ਪਹਿਲਾਂ ਪੰਡਤਾਂ ਦੇ ਜਾ ਕੇ ਪੈਰ ਫੜਦੇ ਸੀ ਇਹ ਸਾਰੇ ਹੀ। ਜਿਹੜੇ ਹੁਣ ਗੁਰੂ ਘਰ ਆਉਂਦੇ ਆ ਨਾ ਸਾਡੇ ਵੱਡੇ ਵਡੇਰੇ, ਕੋਈ ਪੜਦਾਦਾ ਕੋਈ ਨਗੜ ਦਾਦਾ ਕੋਈ ਲਾ ਲਓ ਕੋਈ ਬਜ਼ੁਰਗ, ਉਹ ਸਜਾ ਕੇ ਪੰਡਤਾਂ ਦੇ ਪੈਰੀ ਪੈਂਦਾ ਸੀ। ਉਹ ਚੰਗਾ ਸੀ ਜਾਂ ਆਹ ਚੰਗਾ ਹੈ ਵੀ ਜਿਹੜਾ ਗੁਰੂ ਘਰ ਆਉਂਦੇ ਆ ਸੰਗਰਾਂਦ 'ਤੇ। ਇਹ ਕਰਕੇ ਉਹ ਲੋਕ ਉਹਨਾਂ ਤੋਂ ਵੀ ਬਚਿਆ ਕਰੋ ਜਿਹੜੇ ਗੁਰੂ ਘਰ ਨਾਲੋਂ ਤੋੜਦੇ ਆ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਨਾਲੇ ਲੋਕਾਂ ਦਾ ਇਹ ਮੰਨਣਾ ਹੁੰਦਾ ਸੀ ਸਿਆਣਿਆਂ ਦਾ ਵੀ ਕਿਸੇ ਚੰਗੀ ਰਸਨਾ ਕੋ ਮਹੀਨੇ ਦਾ ਨਾਂ ਸੁਣੀਏ ਮਹੀਨਾ ਸਫਲਾ ਹੁੰਦਾ। ਸਿੱਖ ਕਹਿੰਦੇ ਇਹ ਪੰਚਮ ਪਾਤਸ਼ਾਹ ਤੁਹਾਡੇ ਨਾਲੋਂ ਰਸਨਾ ਸਾਡੇ ਲਈ ਹੋਰ ਕਿਹਦੀ ਚੰਗੀ ਹੈ। ਤੁਹਾਡੀ ਰਸਨਾ ਤੋਂ ਜੇ ਅਸੀਂ ਮਹੀਨੇ ਦਾ ਨਾਂ ਸੁਣਾਂਗੇ ਤਾਂ ਸਾਡਾ ਜ਼ਰੂਰ ਸਫਲਾ ਹੋਵੇਗਾ। ਇਵੇਂ ਸਿੱਖਾਂ ਦੀ ਭਾਵਨਾ ਪੂਰੀ ਕਰਦਿਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਪਵਿੱਤਰ ਗੁਰਬਾਣੀ ਉਚਾਰਨ ਕੀਤੀ। ਸੰਗਰਾਂਦ ਸ਼ਬਦ ਬਾਰੇ ਵੀ ਥੋੜ੍ਹਾ ਜਾਣ ਲੈਣਾ ਚਾਹੀਦਾ ਏ। ਸੰਗਰਾਂਦ ਸੰਸਕ੍ਰਿਤ ਦੇ ਵਿੱਚੋਂ ਬਦਲਿਆ ਹੋਇਆ ਗੁਰਮੁਖੀ ਦਾ ਰੂਪ ਹੈ। ਇਹਦੇ 3 ਨਾਮ ਪ੍ਰਸਿੱਧ ਨੇ, ਇੱਕ ਸੰਕ੍ਰਾਂਤੀ, ਇੱਕ ਸੂਰਿਆ ਕ੍ਰਾਂਤੀ ਤੇ ਇੱਕ ਸੰਸਕਰਣ। ਸੋ ਇਹ ਜਿਹੜੀਆਂ ਤਿੰਨਾਂ ਦੇ ਅਰਥ ਐਵੇਂ ਆਉਂਦੇ ਆ। ਸੰਕ੍ਰਾਂਤੀ ਤੋਂ ਭਾਵ ਸੰਗ ਭਲੀ ਪ੍ਰਕਾਰ, ਕ੍ਰਾਂਤੀ ਤੋਂ ਭਾਵ ਤਬਦੀਲੀ। ਜੋਤਿਸ਼ ਵਿਦਿਆ ਅਨੁਸਾਰ ਮੰਨਿਆ ਜਾਂਦਾ ਹੈ ਵੀ ਸੰਗਰਾਂਦ ਵਾਲੇ ਦਿਨ ਸੂਰਜ ਆਪਣੀ ਰਾਸ ਬਦਲ ਕੇ ਤੇ ਦੂਜੀ ਰਾਸ ਵਿੱਚ ਪ੍ਰਵੇਸ਼ ਕਰਦਾ। ਉਹ ਸੰਗ ਭਲੀ ਪ੍ਰਕਾਰ ਕ੍ਰਾਂਤੀ ਤਬਦੀਲੀ ਆਉਂਦੀ ਹੈ। ਦੂਜੀ ਰਾਸ ਵਿੱਚ ਸੂਰਜ ਦੇ ਪ੍ਰਵੇਸ਼ ਹੋਣ ਦੇ ਨਾਲ ਮੌਸਮ ਬਦਲ ਜਾਂਦਾ। ਜਿਵੇਂ ਹੁਣ ਚੇਤ ਮਹੀਨੇ ਦੇ ਆਰੰਭ ਹੋਣ ਦੇ ਨਾਲ ਹੀ ਬਸੰਤ ਰੁੱਤ ਆਰੰਭ ਹੁੰਦੀ ਹੈ, ਅਤੇ ਬਸੰਤ ਰੁੱਤ ਦੇ 2 ਮਹੀਨੇ ਹਨ ਚੇਤ ਅਤੇ ਵਿਸਾਖ। ਚੇਤ ਦੇ ਵਿੱਚ ਟਹਿਣੀਆਂ ਜਿਹੜੀਆਂ ਹਨ ਇਹਨਾਂ 'ਤੇ ਨਵਾਂ ਰੰਗ ਆਉਣਾ ਸ਼ੁਰੂ ਹੋ ਜਾਂਦਾ, ਨਵੀਆਂ ਟਹਿਣੀਆਂ, ਨਵੇਂ ਪੱਤੇ, ਨਵੇਂ ਫੁੱਲ। ਵਿਸਾਖ ਦੇ ਵਿੱਚ ਪੂਰਨ ਤੌਰ 'ਤੇ ਅੱਧ ਵਿਸਾਖ ਗਿਆ, ਚੇਤ ਲੰਘੇ ਵਿਸਾਖ ਆਏ ਤੋਂ ਫਿਰ ਰੁੱਖ ਜਿਹੜੇ ਨੇ ਐਨ ਪੂਰੇ ਹਰਿਆਵਲਤਾ ਨਾਲ ਭਰ ਜਾਂਦੇ ਹਨ।
ਜੇ ਜਿਵੇਂ ਇਹ ਸੂਰਜ ਦੇ ਇੱਕ ਰਾਸ ਬਦਲਿਆ ਦੂਜੀ ਰਾਸ ਵਿੱਚ ਆਉਣ ਦੇ ਨਾਲ ਮੌਸਮ ਦੀ ਤਬਦੀਲੀ ਆ ਜਾਂਦੀ ਹੈ। ਹੁਣ ਵੇਖਿਓ ਵੀ ਇਹ ਚੇਤ ਦੀ ਸੰਗਰਾਂਦ ਚੜ੍ਹ ਚੁੱਕੀ ਹੈ। ਥੋੜ੍ਹੇ ਦਿਨਾਂ ਦੇ ਵਿੱਚ ਹੀ ਜਿਹੜੀ ਧੁੱਪ ਪਹਿਲਾਂ ਚੰਗੀ ਲੱਗਦੀ ਸੀ ਇਹੀ ਚੁਭਣ ਲੱਗ ਪੈਣੀ ਹੈ। ਮਿੱਠੀ ਜੀ ਰੁੱਤ ਥੋੜ੍ਹੇ ਕੁ ਦਿਨ ਰਹਿ ਕੇ ਲੰਘ ਜਾਣੀ ਹੈ। ਸਹਿਜੇ ਸਹਿਜੇ ਮੌਸਮ ਬਦਲ ਜਾਂਦਾ। ਇਹਨੂੰ ਕਹਿੰਦੇ ਵੀ ਚੰਗੀ ਤਰ੍ਹਾਂ ਐਨ ਤਬਦੀਲੀ ਆ ਜਾਣੀ। ਪ੍ਰਕਿਰਤੀ ਦੇ ਵਿੱਚ ਮੌਸਮ ਦੇ ਵਿੱਚ ਬਦਲਾਵ ਆਉਣ ਦੀ ਪ੍ਰਕਿਰਿਆ ਨੂੰ ਸੰਕ੍ਰਾਂਤੀ ਕਹਿੰਦੇ ਨੇ। ਸੂਰਿਆ ਕ੍ਰਾਂਤੀ ਇਹਦੇ ਨਾਲ ਮਿਲਦਾ ਜੁਲਦਾ ਅਰਥ ਹੀ ਹੈ। ਸੂਰਿਆ ਕ੍ਰਾਂਤੀ ਭਾਵ ਕਿ ਸੂਰਜ ਦੇ ਉਦੇ ਹੋਣ ਦੇ ਨਾਲ ਜੋ ਸੂਰਜ ਦੇ ਅਗਲੀ ਰਾਸ ਵਿੱਚ ਜਾਣ ਦੇ ਨਾਲ ਪ੍ਰਭਾਵ ਕਰਕੇ ਸਾਰੀ ਬਨਸਪਤੀ ਦੇ ਸਭ ਜੀਵਾਂ ਦੇ ਉੱਤੇ ਇੱਕ ਵੱਖਰਾ ਪ੍ਰਭਾਵ ਪੈਂਦਾ, ਜੋ ਤਬਦੀਲੀ ਆ ਜਾਂਦੀ ਹੈ। ਅਤੇ ਸੰਕਰਮਣ ਇਸੇ ਪ੍ਰਕਾਰ ਨਾਲ ਸੰਕਰਮਣ ਹੁੰਦਾ ਵੀ ਚੜ੍ਹਾਈ ਕਰਨੀ, ਜੋ ਤੀਸਰਾ ਇਹ ਕਹਿੰਦੇ ਨੇ ਸੰਕਰਮਣ। ਜਿਵੇਂ ਸੰਕ੍ਰਾਂਤੀ, ਸੂਰਿਆ ਕ੍ਰਾਂਤੀ ਅਤੇ ਸੰਕਰਮਣ, ਇਹ ਤਿੰਨ ਨਾਮ ਨੇ ਸੰਗਰਾਂਦ ਦੇ। ਸੰਕਰਮਣ ਭਾਵ ਕਿ ਚੜ੍ਹਾਈ ਕਰਨੀ, ਭਾਵ ਕਿ ਜਿਸ ਪ੍ਰਕਾਰ ਦੇ ਨਾਲ ਨਵੇਂ ਪਾਸੇ ਨੂੰ ਚੜ੍ਹਨਾ, ਨਵੇਂ ਮੌਸਮ ਨਵੇਂ ਮਹੀਨੇ ਵੱਲ ਚੱਲਣਾ। ਸੋ ਇਹਦਾ ਹੀ ਜਿਹੜਾ ਰੂਪ ਬਦਲ ਕੇ ਗੁਰਮੁਖੀ 'ਚ ਕਹਿੰਦੇ ਨੇ ਸੰਗਰਾਂਦ। ਸੰਗਰਾਂਦ ਵਾਲੇ ਦਿਨ ਪੰਡਤ ਲੋਕਾਂ ਕੋਲ ਸੂਰਜ ਦੀ ਪੂਜਾ ਕਰਾਉਂਦੇ ਹੁੰਦੇ ਸਨ ਵੀ ਸੂਰਜ ਦੀ ਪੂਜਾ ਕਰੋ ਤੁਹਾਡਾ ਮਹੀਨਾ ਸੌਖਾ ਲੰਘੇ। ਮਹਾਰਾਜ ਕਹਿੰਦੇ ਵੀ ਜਿਹੜਾ ਸੂਰਜ ਨੂੰ ਵੀ ਪੈਦਾ ਕਰਨ ਵਾਲਾ ਤੁਸੀਂ ਉਹਦੀ ਪੂਜਾ ਕਰੋ ਤੁਹਾਡਾ ਜੀਵਨ ਸੌਖਾ ਲੰਘੇ। ਦਸਵੇਂ ਪਾਤਸ਼ਾਹ ਨੇ ਪ੍ਰਤੱਖ ਲਿਖ ਦਿੱਤਾ, ਨਮੋ ਸੂਰਜ ਸੂਰਜੇ, ਵੀ ਹੇ ਸੂਰਜਾਂ ਦੇ ਵੀ ਸੂਰਜ। ਸੂਰਜ ਦਾ ਭਾਵ ਹੈ ਚਾਨਣ ਕਰਨ ਵਾਲਾ, ਪ੍ਰਕਾਸ਼ ਕਰਨ ਵਾਲਾ। ਅਤੇ ਸੂਰਜ ਦੇ ਪ੍ਰਕਾਸ਼ ਨੂੰ ਵੀ ਪ੍ਰਕਾਸ਼ਣ ਵਾਲੇ ਵਾਹਿਗੁਰੂ ਸਾਡੀ ਤੈਨੂੰ ਨਮਸਕਾਰ ਹੈ। ਨਮੋ ਸੂਰਜ ਸੂਰਜੇ, ਜੋ ਸੂਰਜ ਨੂੰ ਵੀ ਚਾਨਣ ਦਿੰਦਾ, ਪ੍ਰਕਾਸ਼ ਦਿੰਦਾ ਹੈ, ਉਸ ਵਾਹਿਗੁਰੂ ਨੂੰ ਨਮਸਕਾਰ ਹੈ। ਸੋ ਸਤਿਗੁਰੂ ਮਹਾਰਾਜ ਨੇ ਸਾਨੂੰ ਕਿਰਤਮ ਪੂਜਾ ਵੱਲੋਂ ਹਟਾ ਕੇ ਕਰਤੇ ਦੀ ਪੂਜਾ ਵੱਲ ਲਾਇਆ। ਕਿਰਤਮ ਜਿਹੜੀਆਂ ਚੀਜ਼ਾਂ ਰੱਬ ਦੀਆਂ ਪੈਦਾ ਕੀਤੀਆਂ ਨੇ, ਲੋਕ ਉਹਦੀ ਪੂਜਾ ਕਰੀ ਜਾਂਦੇ। ਮਹਾਰਾਜ ਨੇ ਕਿਹਾ ਜਿੰਨੇ ਪੈਦਾ ਕੀਤੀਆਂ ਤੁਸੀਂ ਸਿੱਧੀ ਉਹਦੀ ਪੂਜਾ ਕਰੋ। ਇਸ ਕਰਕੇ ਸੰਗਰਾਂਦ ਦੇ ਉੱਤੇ ਸੰਗਤ ਦੀ ਇਕੱਤਰਤਾ ਆਰੰਭ ਹੋਈ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੰਗਰਾਂਦ ਮਹੀਨੇ ਸੰਗਰਾਂਦ ਦੁਆਰਾ ਉਪਦੇਸ਼ ਦਿੰਦੇ ਨੇ 12 ਮਾਹ। 12 ਤੋਂ ਭਾਵ ਹੈ ਗਿਣਤੀ ਹੈ 12, ਮਾਹ ਤੋਂ ਭਾਵ ਹੈ ਮਹੀਨੇ। 12 ਮਹੀਨੇ ਨੇ, ਚੇਤ ਤੋਂ ਲੈ ਕੇ ਫੱਗਣ ਅਖੀਰਲਾ ਮਹੀਨਾ ਹੈ। 6 ਰੁੱਤਾਂ ਹਨ, ਜਿਵੇਂ ਚੇਤ, ਵਿਸਾਖ, ਜੇਠ, ਹਾੜ, ਸਾਉਣ, ਭਾਦੋਂ, ਅੱਸੂ, ਕੱਤੇ, ਮੱਘਰ, ਪੋਹ, ਮਾਘ, ਫੱਗਣ। ਇਹ 12 ਮਹੀਨੇ ਨੇ। ਚੇਤ ਵਿਸਾਖ ਬਸੰਤ ਰੁੱਤ ਹੈ, ਅਤੇ ਫਿਰ ਜੇਠ ਹਾੜ ਗਰਮੀ ਦੀ ਰੁੱਤ ਹੈ, ਅਤੇ ਇਸੇ ਤਰ੍ਹਾਂ ਸਾਉਣ ਭਾਦੋਂ ਇਹ ਵਰਖਾ ਦੀ ਰੁੱਤ ਹੈ। ਅੱਸੂ ਕੱਤੇ ਸਰਦ ਰੁੱਤ ਹੈ, ਮੱਘਰ ਪੋਹ ਸਿਸਿਰ ਰੁੱਤ ਹੈ, ਅਤੇ ਮਾਘ ਫੱਗਣ ਇਹ ਹਿਮਕਰ ਰੁੱਤ ਹੈ। 6 ਰੁੱਤਾਂ ਨੇ, 12 ਮਹੀਨੇ ਹਨ। ਇਹਨਾਂ 12 ਮਹੀਨਿਆਂ ਦਾ ਉਪਦੇਸ਼ ਦੇਣ ਵਾਲੀ ਜੋ ਬਾਣੀ ਉਸ ਨੂੰ ਕਹੀਏ 12 ਮਾਹ। ਪੁਰਾਣੇ ਗੁਰਸਿੱਖ ਰੋਜ਼ ਹੀ ਇਹਦਾ ਨਿਤਨੇਮ ਕਰਦੇ ਸਨ, ਕਿਉਂਕਿ ਇਹਦੇ ਵਿੱਚ ਬਹੁਤ ਬੇਨਤੀਆਂ ਕੀਤੀਆਂ, ਰੱਬ ਦਾ ਤਰਲਾ ਲਿਆ ਵੀ ਮਹਾਰਾਜ ਸਾਡਾ ਭਲਾ ਕਰ ਦਿਓ, ਸਾਡੇ 'ਤੇ ਕਿਰਪਾ ਕਰ ਦਿਓ। ਸਹਿਜੇ ਸਹਿਜੇ ਸਿਆਣੇ ਜੇ ਆਏ, ਵਿਦਵਾਨ ਸਿਆਣੇ ਸਿੱਖ, ਉਹਨਾਂ ਸਭ ਕੁਝ ਘੱਟ ਹੀ ਕਰ ਦਿੱਤਾ। ਉਹ ਘੱਟ ਤੋਂ ਘੱਟ ਕਰੀ ਜਾਂਦੇ ਆ, ਪਰ ਨਿਤਨੇਮ ਰੋਜ਼ ਕਰਨ 'ਚ ਜ਼ਿਆਦਾ ਲਾਭ ਹੈ। ਸੰਗਰਾਂਦ 'ਤੇ ਤਾਂ ਪੜ੍ਹਨਾ ਹੀ ਪੜ੍ਹਨਾ, ਪਰ ਰੋਜ਼ ਪਾਠ ਕਰੇ ਤਾਂ ਬਹੁਤ ਲਾਭ ਹੈ। ਮਾਝ ਮਹੱਲਾ ਪੰਜਵਾਂ, ਮਾਝ ਰਾਗ ਦਾ ਨਾਮ ਹੈ। ਇਹ ਮਾਝੇ ਦਾ ਦੇਸੀ ਰਾਗ ਹੈ। ਇਹ ਮਹਾਰਾਜ ਸਾਹਿਬ ਜੀ ਨੇ ਮਾਝੇ ਇਲਾਕੇ ਦਾ ਜਿਹੜਾ, ਇਹਦੇ ਵਿੱਚ ਮਾਝਾਂ ਗਾਉਂਦੇ ਹੁੰਦੇ ਸਨ ਲੋਕ। ਜਿਹੜੀਆਂ ਮਾਝਾਂ ਗਾਉਣੀਆਂ, ਕੋਈ ਪ੍ਰੇਮ ਵੈਰਾਗ ਦੇਸ਼ ਭਾਖਿਆ ਦੇ ਗੀਤ ਗਾਉਣੇ, ਕਹਿੰਦੇ ਵੀ ਇਹ ਮਾਝਾਂ ਗਾਉਂਦੇ ਨੇ। ਮਾਝੇ ਦੇ ਦੇਸੀ ਰਾਗ ਦੇ ਵਿੱਚ ਮਾਝੇ ਦੇ ਇਲਾਕੇ ਦਾ ਪ੍ਰਸਿੱਧ ਰਾਗ ਹੈ। ਇਹ ਹੋਰ ਥਾਈਂ ਘੱਟ ਗਾਇਆ ਜਾਂਦਾ, ਪਰ ਮਾਝੇ ਦੇ ਵਿੱਚ ਇਹ ਜਿਹੜੇ ਇਲਾਕੇ 'ਚ ਆਪਾਂ ਬੈਠੇ ਆ ਨਾ, ਇਹ ਬਿਆਸ ਅਤੇ ਫਿਰ ਇਹ ਰਾਵੀ ਦਾ ਵਿਚਕਾਰਲਾ ਜਿਹਾ ਹਿੱਸਾ ਜਿਹੜਾ ਹੈ ਨਾ, ਖਾਸ ਕਰਕੇ ਇਹ ਜਿਵੇਂ ਹੁਣ ਦੀ ਵੰਡ ਦੇ ਅਨੁਸਾਰ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਇਹ ਮਾਝੇ ਦਾ ਇਲਾਕਾ ਹੈ। ਇਸ ਇਲਾਕੇ ਦੇ ਵਿੱਚ ਇਹ ਮਾਝਾਂ ਗਾਈਆਂ ਜਾਂਦੀਆਂ ਸਨ। ਮਾਝੇ ਦਾ ਦੇਸੀ ਰਾਗ ਹੈ। ਇਹਦੇ ਵਿੱਚ ਮਹੱਲਾ ਪੰਜਵਾਂ, ਮਹੱਲਾ ਅਰਬੀ ਦੇ ਵਿੱਚ ਪਾਤਸ਼ਾਹ ਨੂੰ ਕਹਿੰਦੇ ਨੇ, ਸੰਸਕ੍ਰਿਤ ਵਿੱਚ ਸਰੂਪ ਨੂੰ ਕਹਿੰਦੇ ਨੇ। ਪੰਚਮ ਪਾਤਸ਼ਾਹ ਭਾਵ ਇਹੀ ਬਣਦਾ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜੋਤ ਦੇ ਪੰਜਵੇਂ ਮਾਲਕ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ ਇਹ 12 ਮਾਹ ਬਾਣੀ ਉਚਾਰਦੇ ਨੇ। ਘਰ ਚੌਥਾ
ਇਹ ਕੀਰਤਨ ਕਰਨ ਲੱਗੇ ਆ ਹੁਕਮ ਹੈ ਵੀ ਚੌਥੇ ਘਰ ਸੁਰ ਤਾਲ ਦੇ ਅੰਦਰ ਇਹਦਾ ਕੀਰਤਨ ਕਰਨਾ ਹੈ। ਏਕ ਓੰਕਾਰ ਸਤਿਗੁਰ ਪ੍ਰਸਾਦ। ਬਾਣੀ ਆਰੰਭ ਕਰਨ ਤੋਂ ਪਹਿਲਾਂ ਮੰਗਲ ਕਰਦੇ ਨੇ। ਜਿਹੜੇ ਕਵੀ ਲੋਕ ਕਵਿਤਾਵਾਂ ਦੇ ਨਾਲ ਕੁਝ ਉਚਾਰਦੇ ਲਿਖਦੇ ਸਨ, ਉਹ ਜਿਹਨੂੰ ਮੰਨਦੇ ਹੁਣ ਪਹਿਲਾਂ ਉਹਦੀ ਮਹਿਮਾ ਵਡਿਆਈ ਕਰਦੇ ਨੇ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਵੀ 12 ਮਾਹ ਉਚਾਰ ਰਹੇ ਨੇ। 12 ਮਾਹ ਸਾਧ ਸੰਗਤ 400-500 ਦੇ ਕਰੀਬ 12 ਮਾਹ ਹੋਣੇ ਹਨ, ਕਿਉਂਕਿ ਇਹ 12 ਮਾਹ ਇਸ ਦੇਸ਼ ਦੀ ਸੰਸਕ੍ਰਿਤੀ ਦੇ ਵਿੱਚ ਸ਼ੁਰੂ ਤੋਂ ਹੀ ਗਾਏ ਜਾਂਦੇ ਰਹੇ ਆ। 12 ਮਾਹ 12 ਮਹੀਨਿਆਂ ਦੇ ਰਾਹੀਂ ਕਈ ਕਵੀਆਂ ਨੇ ਕਵਿਤਾਵਾਂ ਲਿਖੀਆਂ ਹਨ। ਜਿਵੇਂ ਗੁਰੂ ਮਹਾਰਾਜ ਸਾਹਿਬ ਜੀ ਦੇ 4 12 ਮਾਹ ਨੇ ਜੋ ਗੁਰੂ ਸਾਹਿਬ ਦੇ ਨੇ। ਇੱਕ 12 ਮਾਹ ਗੁਰੂ ਨਾਨਕ ਦੇਵ ਜੀ ਨੇ ਉਚਾਰਿਆ, ਇੱਕ 12 ਮਾਹ ਗੁਰੂ ਅਰਜਨ ਦੇਵ ਸਾਹਿਬ ਨੇ, ਤੇ 2 12 ਮਾਹ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਉਚਾਰੇ ਹਨ। ਸੋ ਇਸ ਤਰ੍ਹਾਂ 12 ਮਾਹ ਜਿਹੜੇ ਨੇ ਸਦੀਆਂ ਤੋਂ ਗਾਏ ਜਾਂਦੇ ਰਹੇ, ਪਰ ਉਹ ਹੋਰ ਢੰਗ ਨਾਲ ਗਾਉਂਦੇ ਸੀ। ਸਤਿਗੁਰਾਂ ਨੇ 12 ਮਾਹ ਦੇ ਰਾਹੀਂ ਰੱਬ ਨਾਲ ਜੋੜਨ ਦਾ ਉਪਦੇਸ਼ ਦਿੱਤਾ। ਤੇ ਜਿਹੜਾ ਕਵਿਤਾ ਉਚਾਰਨ ਵਾਲਾ ਜਿਹਨੂੰ ਮੰਨਦਾ ਹੋਵੇ ਪਹਿਲਾਂ ਉਹਦੀ ਵਡਿਆਈ ਕਰਦਾ। ਤੇ ਸਤਿਗੁਰੂ ਇੱਕ ਓੰਕਾਰ ਦਾ ਹੋਕਾ ਦੇਣ ਆਏ ਨੇ, ਇਸ ਕਰਕੇ ਵਾਹਿਗੁਰੂ ਦਾ ਮੰਗਲ ਕਰਦੇ ਨੇ। ਇੱਕ ਅਦੁੱਤੀ ਬ੍ਰਹਮ ਅਦਵੈਤ ਸਰੂਪ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲਾ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਜਾਂ ਇੱਕ ਓੰਕਾਰ ਅਦੁੱਤੀ ਬ੍ਰਹਮ ਓੰਕਾਰ ਜੋ ਮੰਗਲ ਰੂਪ ਹੈ, ਸਤਿ ਕਾਲ ਆਬਾਦ, ਜਿਹੜਾ ਭੂਤ ਭਵਿੱਖ ਵਰਤਮਾਨ ਵਿੱਚ ਜੀਤੇ ਕੋਈ ਨਾਸ ਹੋਣ ਦਾ ਫਰਕ ਨਹੀਂ ਪੈਂਦਾ, ਅਸਰ ਨਹੀਂ ਹੁੰਦਾ ਵੀ ਇਹ ਨਹੀਂ ਵੀ ਉਹ ਪਿੱਛੇ ਸੀ ਜਾਂ ਹੁਣ ਨਹੀਂ ਆ, ਜਾਂ ਹੁਣ ਹੈ ਜਾਂ ਅੱਗੇ ਨੂੰ ਨਹੀਂ ਹੋਏਗਾ। ਉਹ ਤਿੰਨੇ ਸਮੇਂ ਰਹਿਣਾ। ਆਪਾਂ ਜਿਹੜੇ ਆਉਨੇ ਜਾਂਦੇ ਆ, ਕੋਈ ਚਲੇ ਗਿਆ, ਕੋਈ ਆ ਗਿਆ, ਕੋਈ ਚਲਿਆ ਜਾਊਗਾ, ਪਰ ਵਾਹਿਗੁਰੂ ਇੱਕ ਰਸ ਰਹਿਣ ਵਾਲਾ, ਇਸ ਕਰਕੇ ਉਹ ਸਤ ਕਿਹਾ ਹੈ। ਗੁਰ ਚੇਤਨ ਹੈ, ਉਹ ਆਪਾਂ ਸਾਰੇ ਜੜ ਹੈ, ਉਹਦੇ ਆਸਰੇ ਚੱਲਦੇ ਆ, ਪਰ ਉਹ ਪਰਮੇਸ਼ਰ ਜਿਹੜਾ ਹੈ ਨਾ, ਉਹ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਸਾਰਿਆਂ ਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਪ੍ਰਕਾਸ਼ ਰਹੀ ਹੈ। 14 ਪੌੜੀਆਂ ਵਾਲੀ ਬਾਣੀ ਹੈ 12 ਮਾਹ। ਆਪਾਂ ਕਹਿ ਸਕਦੇ ਵੀ ਮਹੀਨਾ ਤੇ 12 ਨੇ ਤੇ 14 ਕਿਉਂ? ਅਸਲ 'ਚ ਪਹਿਲੀ ਪੌੜੀ ਮਹਾਰਾਜ ਨੇ ਮੰਗਲ ਰੂਪ ਬੇਨਤੀ ਰੂਪ ਕਹੀ ਹੈ, ਤੇ ਅਖੀਰਲੀ 14ਵੀਂ ਪੌੜੀ ਸਿਧਾਂਤ ਰੂਪ ਕਹੀ ਹੈ, ਜਿਹਦੇ ਵਿੱਚ 12 ਮਾਹ ਪੜ੍ਹਨ ਦਾ ਮਹਾਤਮ ਕਿਹਾ। ਤੇ ਵਿਚਕਾਰ 12 ਮਹੀਨਿਆਂ ਦੁਆਰਾ ਮਹਾਰਾਜ ਸਾਹਿਬ ਨੇ 12 ਮਹੀਨਿਆਂ ਦਾ ਉਪਦੇਸ਼ ਬਖਸ਼ਿਆ ਹੈ। ਬੇਨਤੀ ਕਰਦੇ ਨੇ, ਕਿਰਤ ਕਰਮ ਕੇ ਵਿਛੜੇ। ਹੇ ਵਾਹਿਗੁਰੂ, ਅਸੀਂ ਆਪਣੇ ਕਿਰਤ ਕੀਤੇ ਹੋਏ ਜਿਹੜੇ ਕਰਮ ਸਾਡੀ ਕਿਰਤ ਬਣ ਗਏ ਸਨ। ਕਿਰਤ ਸਾਧ ਸੰਗਤ ਇੱਕ ਕਰਮ ਹੁੰਦਾ ਜਿਹੜਾ ਕਦੀ ਕਦਾਈ ਕਰਦੇ ਆਪਾਂ। ਇੱਕ ਹੁੰਦਾ ਹੈ ਵੀ ਜਿਹੜਾ ਨੇਤੀ ਕਰੀਏ ਫਿਰ ਕਹਿ ਦਿੰਦੇ ਵੀ ਮੇਰੀ ਕਿਰਤ ਹੈ। ਜਿਵੇਂ ਪੁੱਛਦੇ ਆ ਨਾ ਆਪਾਂ ਵੀ ਤੂੰ ਕੀ ਕਿਰਤ ਕਰਦਾ ਹੈ, ਭਾਵ ਤੇਰਾ ਰੋਜ਼ ਦਾ ਕਰਮ ਕੀ ਹੈ। ਕੋਈ ਕਹਿ ਸਕਦਾ ਮੇਰੀ ਕਿਰਤ ਨੌਕਰੀ ਹੈ, ਵੀ ਮੈਂ ਫਲਾਨੀ ਨੌਕਰੀ, ਮੇਰੀ ਕਿਰਤ ਖੇਤੀਬਾੜੀ ਹੈ, ਮੇਰੀ ਕਿਰਤ ਦੁਕਾਨਦਾਰੀ ਹੈ। ਜਿਹੜਾ ਕੰਮ ਪੱਕਾ ਹੀ ਬਣ ਜੇ ਉਹ ਕਿਰਤ ਹੋ ਜਾਂਦੀ ਹੈ। ਤੇ ਅਸੀਂ ਲੋਕਾਂ ਨੇ ਮਾੜੇ ਕੰਮ ਪੱਕੇ ਹੀ ਕੀਤੇ ਹੋਏ ਨੇ, ਤਾਂ ਮਹਾਰਾਜ ਨੇ ਕਿਰਤ ਕਿਹਾ ਹੋਇਆ ਹੈ। ਸਾਹਿਬ ਜੀ ਕਹਿੰਦੇ ਨੇ, ਕਿਰਤ ਕਰਮ ਕੇ ਵਿਛੜੇ। ਇਹ ਵਾਹਿਗੁਰੂ ਜੀ, ਅਸੀਂ ਆਪਣੀਆਂ ਜੋ ਕਰਮ ਕਿਰਤ ਰੂਪ ਵਿੱਚ ਬਣ ਗਏ, ਉਹਨਾਂ ਕਰਕੇ ਆਪਣੀਆਂ ਕਰਤੂਤਾਂ ਕਹਿ ਲਏ, ਸੌਖਾ ਕਰਕੇ ਸਮਝਣਾ ਹੋਵੇ ਨਾ ਪੰਜਾਬੀ 'ਚ, ਵੀ ਮਹਾਰਾਜ ਅਸੀਂ ਆਪਣੀਆਂ ਕਰਤੂਤਾਂ ਕਰਕੇ, ਆਪਣੇ ਜਿਹੜੇ ਕੰਮਾਂ ਕਰਕੇ ਤੇਰੇ ਨਾਲੋਂ ਵਿਛੜ ਚੁੱਕੇ ਆ। ਕਰਮ 3 ਤਰ੍ਹਾਂ ਦੇ ਕਹੇ ਨੇ ਵਿਦਵਾਨਾਂ ਨੇ, ਸੰਚਿਤ ਕਰਮ, ਪ੍ਰਾਲਬਧ ਕਰਮ ਤੇ ਕਿਰੇਮਾਨ ਕਰਮ। ਸੰਚਿਤ ਕਰਮ ਉਹ ਨੇ ਵੀ ਜਿਵੇਂ ਜਿਹੜੇ ਸਾਡਾ ਪਿਛਲੇ ਜਨਮਾਂ ਦਾ ਵੀ ਨਾਲ ਜੋ ਜਮ੍ਹਾਂ ਹੈ ਨਾ, ਉਹ ਨਾਲੋਂ ਨਾਲ ਜਿਹੜਾ ਤੁਰਿਆ ਆਉਂਦਾ ਹੈ, ਉਹਨੂੰ ਕਹਿੰਦੇ ਸੰਚਿਤ ਕਰਮ। ਪ੍ਰਾਲਬਧ ਕਰਮ ਉਹ ਹੈ ਵੀ ਜਿਹੜੇ ਅਨੁਸਾਰ ਸਾਨੂੰ ਦੁੱਖ ਮਿਲਿਆ, ਸੁੱਖ ਮਿਲਿਆ, ਜਿੰਨੀ ਕੁ ਰੋਜੀ ਮਿਲਦੀ ਹੈ, ਇਹ ਸਾਡੀ ਪ੍ਰਾਲਬਧ ਲਿਖੀ ਆ ਮਾਲਕ ਨੇ, ਵੀ ਇੰਨੀ ਉਮਰ ਭੋਗੇਗਾ, ਇੰਨੇ ਸਾਹ ਲਵੇਗਾ। ਇਹ ਪ੍ਰਾਲਬਧ ਕਰਮ ਨੇ। ਕਿਰੇਮਾਨ ਕਰਮ ਵੀ ਜਿਹੜੇ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਜੋ ਕੁਝ ਆਪਾਂ ਕਰਦੇ ਹਾਂ, ਇਹ ਕਿਰਿਆ ਕਹਾਉਂਦੀ ਹੈ, ਇਹਨੂੰ ਕਿਰੇਮਾਨ ਕਰਮ ਕਹਿੰਦੇ ਆ। ਵੀ ਉੱਠਦਿਆਂ ਬਹਿੰਦਿਆਂ ਚੰਗਾ ਸੋਚੀ ਜਾਈਏ ਤੇ ਉਹ ਚੰਗੀ ਚੀਜ਼ ਜਮ੍ਹਾਂ ਹੋਈ ਜਾਊਗੀ, ਮਾੜਾ ਸੋਚੀ ਜਾਓ ਤੇ ਮਾੜਾ ਜਮ੍ਹਾਂ ਹੋਈ ਜਾਊਗਾ। ਸਤਿਗੁਰੂ ਮਹਾਰਾਜ ਸਾਹਿਬ ਸਾਡਾ ਭਲਾ ਕਰਨ ਲਈ ਸਾਨੂੰ ਕਹਿ ਰਹੇ ਨੇ
ਜੇ ਪਾਪ ਕਰੀ ਜਾਵਾਂਗੇ ਤੇ ਪਾਪ ਹੀ ਜਮ੍ਹਾਂ ਹੋਈ ਜਾਣਗੇ, ਤੇ ਜੇ ਸਾਧ ਸੰਗਤ ਭਲਾ ਕਰੀ ਜਾਵਾਂਗੇ, ਪੁੰਨ ਕਰੀ ਜਾਵਾਂਗੇ, ਨਾਮ ਜਪੀ ਜਾਵਾਂਗੇ, ਨਾਮ ਜਮ੍ਹਾਂ ਹੁੰਦਾ ਜਾਊਗਾ। ਕਿਸੇ ਦੀ ਨਿੰਦਾ ਬਾਰੇ ਸੋਚੀ ਜਾਵਾਂਗੇ, ਉਹ ਚੀਜ਼ ਜਮ੍ਹਾਂ ਹੋਈ ਜਾਏਗੀ। ਤੇ ਜੇ ਆਪਾਂ ਚਾਹਾਂਗੇ ਵੀ ਸਭ ਦਾ ਹੀ ਮਹਾਰਾਜ ਭਲਾ ਕਰੀ, ਉਹੀ ਜਮ੍ਹਾਂ ਹੁੰਦਾ ਜਾਊਗਾ। ਇਹ ਹੈ ਕਿਰੇਮਾਨ ਕਰਮ ਜਿਹੜੇ ਹੁਣ ਆਪਾਂ ਕਰ ਰਹੇ ਹਾਂ। ਜਿਵੇਂ ਤੁਸੀਂ ਬੈਠੇ ਆ, ਆਪਾਂ ਕੋਈ ਆ ਰਿਹਾ ਕੋਈ ਜਾ ਰਿਹਾ, ਇਹ ਹੁਣ ਕਰਮ ਹੋ ਰਹੇ ਆ, ਇਹ ਅੱਗੇ ਜਮ੍ਹਾਂ ਹੋਣੇ ਨੇ। ਫਿਰ ਇਹਨਾਂ ਕਰਮਾਂ 'ਚ ਇਹ ਸ਼ਕਤੀ ਹੈ ਵੀ ਜਿਹੜੇ ਪਿਛਲੇ ਸੰਚਿਤ ਕਰਮ ਨੇ ਤੇ ਪਰਾਲਬਧ ਕਰਮ ਨੇ, ਉਹਨਾਂ ਨੂੰ ਬਦਲ ਸਕਦੇ ਆ। ਸੰਚਿਤ ਕਰਮ ਨਾਮ ਜਪਿਆਂ ਸੰਗਤ ਕਰਦਿਆਂ ਨਾਸ ਹੋ ਜਾਣੇ ਨੇ, ਅਤੇ ਫਿਰ ਜਿਹੜਾ ਦੁੱਖ ਸੁੱਖ ਹੈ ਜੋ ਸਾਡੀ ਪਰਾਲਬਧ ਦੇ ਵਿੱਚ ਜੇ ਆਨੰਦ ਨਹੀਂ ਵੀ ਹੈ, ਤਾਂ ਕਿਰੇਮਾਨ ਕਰਮ ਜਿਹੜੇ ਨੇ ਇਹ ਨਾਮ ਜਪਿਆਂ ਫਿਰ ਪਰਾਲਬਧ 'ਚ ਆਨੰਦ ਵੀ ਬਖਸ਼ ਦਿੰਦੇ ਨੇ, ਫਿਰ ਆਨੰਦ ਦਾ ਹੀ ਜੀਵਨ ਵੀ ਹੋ ਜਾਂਦਾ ਹੈ। ਸੋ ਸਤਿਗੁਰੂ ਮਹਾਰਾਜ, ਜਿਵੇਂ ਆਪਾਂ ਸਾਖੀ ਤਾਂ ਕਈ ਵਾਰਾਂ ਉਹ ਸੁਣੀ ਹੈ ਨਾ, ਬੀਬੀ ਸੁਲੱਖਣੀ ਵਾਲੀ, ਜਦੋਂ ਚੱਬੇ ਵਾਲੀ ਮਾਈ ਨੇ ਕਿਹਾ ਸੀ ਵੀ ਮਹਾਰਾਜ ਮੈਨੂੰ ਪੁੱਤਰ ਦਿਓ, ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਦਾ ਕਾਜਾ ਹੀ ਫੜ ਲਿਆ, ਤੇ ਮਹਾਰਾਜ ਨੇ ਕਿਹਾ ਸੀ ਵੀ ਬੀਬਾ ਜੀ ਤੇ ਮਾਤਾ ਜੀ ਤੁਹਾਡੇ ਪਰਾਲਬਧ ਕਰਮ ਨਹੀਂ ਹੈ, ਭਾਵ ਤੁਹਾਡੇ ਕਰਮਾਂ 'ਚ ਪੁੱਤਰ ਨਹੀਂ ਹੈ। ਉਹਨੇ ਕਿਹਾ ਮਹਾਰਾਜ ਉੱਥੇ ਤੁਸੀਂ ਲਿਖਣਾ ਸੀ, ਹੁਣ ਇੱਥੇ ਵੀ ਲਿਖ ਦਿਓ। ਉਹਨੇ ਕਿਰਿਆਮਾਨ ਕਰਮ ਦੇ ਨਾਲ ਆਪਣੇ ਪਰਾਲਬਧ ਕਰਮ ਜਿਹੜੇ ਸਨ ਉਹਨਾਂ ਦੇ ਉੱਪਰ ਫਤਿਹ ਪਾ ਲਈ, ਭਾਵ ਜੋ ਪਹਿਲਾਂ ਲਿਖਿਆ ਨਹੀਂ ਸੀ ਉਹ ਗੁਰਾਂ ਕੋਲੋਂ ਲਿਖਾ ਲਿਆ ਉਸਨੇ। ਇਸੇ ਤਰ੍ਹਾਂ ਆਪਾਂ ਸੰਗਤ ਕਰਕੇ ਆਪਣੇ ਜਨਮਾਂ ਦੇ ਸੰਚਿਤ ਕਰਮ ਨਾਸ ਕਰਾ ਸਕਦੇ ਹਾਂ। ਜੋ ਸਾਡੀ ਪਰਾਲਬਧ 'ਚ ਨਹੀਂ ਵੀ ਲਿਖਿਆ, ਮਹਾਰਾਜ ਦਾ ਨਾਮ ਜਪ ਜਪ ਕੇ ਉਹ ਵੀ ਸਾਹਿਬ ਜੀ ਕੋਲੋਂ ਲੈ ਸਕਦੇ ਹਾਂ। ਇਹ ਕਿਰਿਆਮਾਨ ਕਰਮ 'ਚ ਸ਼ਕਤੀ ਹੈ। ਮਹਾਰਾਜ ਕਹਿੰਦੇ ਕਿਰਤ ਕਰਮ ਕੇ ਵੀ ਛੁੜੇ, ਅਸੀਂ ਆਪਣੀਆਂ ਕੀਤੀਆਂ ਹੋਈਆਂ ਕਰਤੂਤਾਂ ਕਰਕੇ ਹੇ ਸਤਿਗੁਰੂ ਜੀ ਵਾਹਿਗੁਰੂ ਨਾਲੋਂ ਵਿਛੜ ਗਏ ਆ, ਵਾਹਿਗੁਰੂ ਦੇ ਨਾਲੋਂ ਟੁੱਟ ਗਏ ਆ, ਬੇਮੁਖ ਹੋਏ ਫਿਰਦੇ ਆ। ਤੇ ਹੇ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਰਾਮ ਪਰਮੇਸ਼ਰ ਦੇ ਨਾਲ ਮੇਲ ਦਿਓ, ਵਾਹਿਗੁਰੂ ਨਾਲ ਮਿਲਾਪ ਕਰਾ ਦਿਓ। 4 ਕੁੰਟ ਅਸੀਂ 4 ਕੁੰਟਾਂ ਦੇ ਵਿੱਚ, 4 ਕੁੰਟਾਂ ਰੂਪ ਉੱਤਰ ਦੱਖਣ ਪੂਰਬ ਪੱਛਮ, ਇੱਥੇ ਵੀ ਧੱਕੇ ਖਾ ਕੇ ਵੇਖੇ ਚਾਰੇ ਪਾਸੇ। ਗੱਲ ਕੀ ਦਹਿ ਦਿਸ ਭਰਮੇ, 10 ਦਿਸ਼ਾਵਾਂ ਦੇ ਵਿੱਚ ਹੀ ਭਰਮੇ ਆ। ਇੱਥੇ 4 ਕੁੰਟ ਕਹਿ ਕੇ 10 ਦਿਸ਼ਾਵਾਂ ਕਹੀਆਂ, ਭਾਵ ਵੀ 4 ਦਿਸ਼ਾਵਾਂ ਹੁੰਦੀਆਂ ਨੇ, 4 ਹੀ ਉਪ ਦਿਸ਼ਾਵਾਂ ਹੁੰਦੀਆਂ ਨੇ, ਇੱਕ ਧਰਤੀ ਤੇ ਇੱਕ ਆਕਾਸ਼, ਇਹ ਹੋ ਗਈਆਂ 10। ਮਹਾਰਾਜ ਕਹਿੰਦੇ ਵੀ ਅਸੀਂ ਸਭ ਥਾਵਾਂ ਤੇ ਭਰਮ ਕੇ ਆ ਗਏ ਹਾਂ। ਹੇ ਸਤਿਗੁਰੂ ਜੀ ਜਗਿਆਸੂ ਦੀ ਸਿੱਖ ਦੀ ਬੇਨਤੀ ਹੈ, ਕਹਿ ਮਹਾਰਾਜ ਰਹੇ ਨੇ, ਪਰ ਬੇਨਤੀ ਜਿਹੜੀ ਹੈ ਸਾਡੇ ਵਿਛੜੇ ਹੋਇਆਂ ਦੀ ਕਰ ਰਹੇ ਨੇ। ਹੁਣ ਗੁਰੂ ਅਰਜਨ ਦੇਵ ਤਾਂ ਵਿਛੜੇ ਨਹੀਂ, ਉਹਨਾਂ ਨੂੰ ਤਾਂ ਬੇਨਤੀ ਕਰਨ ਦੀ ਲੋੜ ਨਹੀਂ ਹੈ। ਅਸਲ 'ਚ ਮਹਾਰਾਜ ਸਾਨੂੰ ਬੇਨਤੀ ਕਰਨ ਦਾ ਢੰਗ ਦੱਸਣ ਲਈ ਕਹਿ ਰਹੇ ਨੇ ਵੀ ਅਸੀਂ ਭਰਮ ਦੇ ਵਿੱਚ ਭੁੱਲੇ ਹੋਏ 10 ਦਿਸ਼ਾਵਾਂ ਵਿੱਚ ਧੱਕੇ ਖਾ ਕੇ ਹੁਣ ਤੁਹਾਡਾ ਆਸਰਾ ਲਿਆ ਹੈ। ਜਾਂ 4 ਕੁੰਟ ਜਿਹੜੇ ਨੇ ਮਨ, ਬੁੱਧ, ਚਿੱਤ, ਹੰਕਾਰ, ਇਹਨੂੰ ਅੰਤःਕਰਨ ਕਹਿੰਦੇ ਨੇ, ਚਤੁਸ਼ਟਾ ਵੀ ਕਹਿ ਦਿੰਦੇ ਨੇ। ਇਹਦੇ ਵਿੱਚ ਭਰਮ ਦੇ ਜਦੋਂ ਮਨ ਜਿਹੜਾ ਹੈ ਉਹ ਸੰਕਲਪ ਵਿਕਲਪ ਉਠਾਉਂਦਾ ਹੈ, ਉਦੋਂ ਕਹਿ ਦਿੰਦੇ ਆ ਵੀ ਮਨ ਦੇ ਪਿੱਛੇ ਲੱਗੇ ਆ। ਜਦੋਂ ਫਿਰ ਚਿੱਤ ਦੇ ਵਿੱਚ ਕਈ ਤਰ੍ਹਾਂ ਦੀਆਂ ਚਿਤਵਨੀਆਂ ਆਉਂਦੀਆਂ ਹਨ, ਉਦੋਂ ਉਹਨੂੰ ਹੀ ਚਿੱਤ ਕਹਿ ਦਿੰਦੇ ਆ। ਜਦੋਂ ਬੰਦੇ ਨੂੰ ਕਈ ਤਰ੍ਹਾਂ ਦੀਆਂ ਸੋਚਾਂ ਫੁਰਦੀਆਂ ਨੇ ਵੀ ਮੈਂ ਇੱਦਾਂ ਕਰਾਂ ਉੱਦਾਂ ਕਰਾਂ, ਉਹ ਕਹਿ ਦਿੰਦਾ ਵੀ ਬੜੀ ਬੁੱਧੀ ਹੈ ਇਹਦੀ, ਵੀ ਬੜਾ ਬੁੱਧੀਮਾਨ ਹੈ, ਉਸੇ ਨੂੰ ਫਿਰ ਬੁੱਧੀ ਕਹਿ ਦਿੰਦੇ ਨੇ। ਹੰਕਾਰ, ਜਦੋਂ ਬੰਦਾ ਕਹਿੰਦਾ ਲੈ ਮੈਂ ਕਿਸੇ ਤੋਂ ਘੱਟ ਹੈ, ਮੈਂ ਸਭ ਜਾਣਦਾ, ਪਤਾ ਮੈਨੂੰ ਸਭ, ਉਦੋਂ ਕਹਿ ਦਿੰਦੇ ਹੰਕਾਰ। ਅੰਤःਕਰਨ ਹੈ, ਇਹੀ ਬਦਲ ਬਦਲ ਕੇ ਕਦੀ ਮਨ ਬਣ ਜਾਂਦਾ ਹੈ, ਕਦੀ ਚਿੱਤ, ਕਦੀ ਬੁੱਧ ਤੇ ਕਦੀ ਹੰਕਾਰ, ਇਹਨੂੰ ਅੰਤਸ਼ਕਰਨ ਕਹਿੰਦੇ ਨੇ। ਮਹਾਰਾਜ ਇਹਨਾਂ 'ਚ ਭਰਮਦੇ ਰਹੇ ਆ 4 'ਚ। ਅਤੇ ਫਿਰ 10 ਦਿਸ਼ਾਵਾਂ ਕੀ ਨੇ? 5 ਗਿਆਨ ਇੰਦਰੇ ਅਤੇ 5 ਕਰਮ ਇੰਦਰੇ। ਇਹਨਾਂ ਦੇ ਜਿਹੜੀਆਂ ਵਾਸ਼ਨਾਵਾਂ ਹਨ, ਇਹਨਾਂ ਵਿੱਚ ਲੱਗਣ ਰੂਪੀ 10 ਦਿਸ਼ਾਵਾਂ ਦੇ ਵਿੱਚ ਮਹਾਰਾਜ ਜੀ ਅਸੀਂ ਭਰਮਦੇ ਰਹੇ, ਧੱਕੇ ਖਾਂਦੇ ਰਹੇ ਹਾਂ, ਭਾਵ ਕਿ ਇੰਦਰੀਆਂ ਦੇ ਵਿਸ਼ੇ ਭੋਗਦੇ ਰਹੇ, ਮਨ, ਚਿੱਤ, ਬੁੱਧ, ਹੰਕਾਰ ਵਿੱਚ ਹੀ ਲੱਗੇ ਰਹੇ, ਤੇ ਤੋਂ ਬੇਮੁਖ ਹੋਏ ਰਹੇ। ਹੁਣ ਮਹਾਰਾਜ ਥੱਕ ਗਏ ਐ, ਹੁਣ ਹੰਭ ਗਏ ਐ। ਕਿਉਂ? ਪਹਿਲਾਂ ਸੋਚਿਆ ਸੀ ਵੀ ਮਨ ਆਈਆਂ ਕਰਨ 'ਚ ਹੀ ਸੁੱਖ ਹੈ, ਹੰਕਾਰ ਕਰਨ ਦੇ ਵਿੱਚ ਹੀ ਸੁੱਖ ਮੰਨਿਆ ਸੀ,
ਮਨ ਪਿੱਛੇ ਲੱਗਣਾ ਹੀ ਸਭ ਕੁਝ ਸਮਝਿਆ ਸੀ। ਕਹਿੰਦਾ ਮੇਰਾ ਚਿੱਤ ਜੋ ਕਰੂ ਮੈਂ ਉਹੀ ਕਰੂੰਗਾ। ਪਹਿਲਾਂ ਇਹੀ ਚੰਗਾ ਲੱਗਦਾ ਸੀ। ਪਹਿਲਾਂ ਲੱਗਦਾ ਸੀ ਵੀ ਪਰਾਏ ਰੂਪ ਵੇਖਣ 'ਚ ਸੁੱਖ ਹੈ, ਜ਼ੁਬਾਨ ਦੇ ਨਾਲ ਕਈ ਤਰ੍ਹਾਂ ਦੇ ਸਵਾਦ ਖਾਣ 'ਚ ਸੁੱਖ ਹੈ, ਚਮੜੀ ਸਪਰਸ਼ ਵਿੱਚ ਸੁੱਖ ਹੈ, ਨਿੰਦਾ ਜੀ ਸੁੱਖ ਮੰਨਿਆ ਸੀ, ਸੁਗੰਧੀਆਂ 'ਚ ਸੁੱਖ ਮੰਨਿਆ। ਹੁਣ ਮਹਾਰਾਜ ਥੱਕ ਗਏ ਹੈ। ਬੜਾ ਕੁਝ ਖਾਧਾ, ਬੜਾ ਕੁਝ ਹੰਢਾਇਆ, ਬਹੁਤ ਕੁਝ ਵੇਖ ਲਿਆ, ਪਰ ਅੰਦਰ ਸ਼ਾਂਤੀ, ਅੰਦਰ ਆਨੰਦ, ਅੰਦਰ ਸੁੱਖ ਨਹੀਂ ਆਇਆ। ਹੁਣ ਹਾਰ ਹੰਬ ਕੇ ਪ੍ਰਭੂ ਅਕਾਲ ਪੁਰਖ ਨੂੰ ਮਿਲਣ ਵਾਸਤੇ, ਉਹਦੀ ਸਾਮ ਕੀ ਹੈ, ਸ਼ਰਨ ਵਿੱਚ ਆਏ ਆ। ਪਰਮੇਸ਼ਰ ਦਾ ਓਟ ਆਸਰਾ ਲੈਣ ਵਾਸਤੇ ਆਏ ਹਾਂ। ਇਹ ਮਹਾਰਾਜ ਹੁਣ ਤੁਹਾਡੇ ਚਰਨਾਂ 'ਚ ਆ ਕੇ ਡਿੱਗ ਪਏ ਆ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਹੁਣ ਤੁਸੀਂ ਕਿਰਪਾ ਕਰਕੇ ਬਾਹ ਫੜ ਲਵੋ। ਹੁਣ ਕੁਝ ਉਦਾਹਰਨਾਂ ਦਿੰਦੇ ਨੇ ਵੀ ਪਰਮੇਸ਼ਰ ਵਾਹਿਗੁਰੂ ਤੋਂ ਬਗੈਰ ਕਿਵੇਂ ਜੀਵਨ ਨਿਕੰਮਾ ਹੁੰਦਾ ਹੈ। ਜੇ ਪਰਮੇਸ਼ਰ ਨਹੀਂ ਮਿਲਿਆ, ਨਾਮ ਨਹੀਂ ਜਪਿਆ, ਤੇ ਮਨੁੱਖ ਜਿਹੜਾ ਹੈ ਇਹਦਾ ਜਨਮ ਕਿਵੇਂ ਨਿਕੰਮਾ ਹੈ, ਬੇਫਾਇਦਾ ਏ। ਕਹਿੰਦੇ ਮਹਾਰਾਜ ਧੇਨ ਦੁੱਧੈ ਤੇ ਬਾਹਰੀ। ਜਿਵੇਂ ਧੇਨ ਕਹਿੰਦੇ ਨੇ ਗਾਂ ਨੂੰ, ਧੇਨ ਗਾਂ ਜਿਵੇਂ ਦੁੱਧ ਹੈ, ਦੁੱਧ ਦੇਣ ਤੋਂ ਬਾਹਰੀ ਬਗੈਰ ਹੋਵੇ ਨਾ, ਜਿਹੜੀ ਗਾਂ ਦੁੱਧ ਨਹੀਂ ਦਿੰਦੀ, ਜਿਹੜਾ ਪਸ਼ੂ ਦੁਧਾਰੂ ਨਹੀਂ ਹੈ, ਉਹ ਕਿਤੇ ਕਿਸੇ ਵੀ ਕਹਿੰਦੇ ਕੰਮ ਨਹੀਂ ਆਉਂਦਾ। ਗਾਂ ਦਾ ਮੁੱਲ, ਪਸ਼ੂ ਦਾ ਮੁੱਲ ਤਾਂ ਦੁੱਧ ਕਰਕੇ ਹੀ ਹੁੰਦਾ ਹੈ ਨਾ। ਜੇ ਤਾਂ ਲਵੇਰਾ ਉਹ ਦੁੱਧ ਦਿੰਦੀ ਹੈ ਗਾਂ ਮੱਝ, ਫੇਰ ਤਾਂ ਮਨੁੱਖ ਉਹਨੂੰ ਸਾਂਭਦਾ ਹੈ। ਜਿੱਦਣ ਗਾਈਆਂ ਦੁੱਧ ਦੇਣੋਂ ਹਟ ਜਾਂਦੀਆਂ, ਕਿੰਨੀਆਂ ਰੁਲਦੀਆਂ ਵੇਖਦੇ ਆਪਾਂ, ਘਰੋਂ ਕੱਢ ਦਿੰਦੇ ਆ, ਰੁਲਦੀਆਂ ਫਿਰਦੀਆਂ ਨੇ। ਜਿੰਨਾ ਦੁੱਧ ਦਵੇ, ਫਿਰ ਕਿਲੋ ਦੁੱਧ ਹੈ, 2 ਕਿਲੋ ਹੈ, 10 ਕਿਲੋ ਹੈ, ਵਪਾਰੀ ਉਹਦਾ ਮੁੱਲ ਦੁੱਧ ਦੇ ਹਿਸਾਬ ਨਾਲ ਪਾਉਂਦਾ। ਗਾਂ ਦਾ ਮੁੱਲ ਨਹੀਂ ਹੁੰਦਾ, ਗਾਂ ਦੇ ਦੁੱਧ ਦਾ ਮੁੱਲ ਹੁੰਦਾ ਏ। ਕਈ ਵਾਰ ਆਪਾਂ ਕਹਿੰਦੇ ਨਾ ਵੀ ਇਹਦਾ ਗਾਂ ਦਾ ਇੰਨਾ ਮੁੱਲ ਪੈ ਗਿਆ, ਨਹੀਂ, ਗਾਂ ਦਾ ਕਿੱਥੇ ਮੁੱਲ ਪਿਆ। ਜੇ ਗਾਂ ਦਾ ਮੁੱਲ ਹੋਵੇ, ਆ ਜਿਹੜੀਆਂ ਰਾਹਾਂ 'ਤੇ ਤੁਰੀਆਂ ਫਿਰਦੀਆਂ, ਕੀ ਵੀ ਇਹਨਾਂ ਦਾ ਮੁੱਲ ਨਹੀਂ ਪੈ ਸਕਦਾ। ਮੁੱਲ ਪੈ ਰਿਹਾ ਉਹਦੇ ਦੁੱਧ ਦਾ। ਜੇ ਉਹ ਦੁੱਧ ਦੇ ਰਹੀ ਹੈ ਤਾਂ ਫੇਰ ਕਹਿੰਦੇ ਵੀ ਇੰਨੇ ਪੈਸੇ ਕਿਲੋ, 2 ਕਿਲੋ ਦੁੱਧ ਕਹਿੰਦੇ ਵੀ 20,000 ਦੇ ਦਾਂਗੇ। ਵੱਧਦਾ ਜਾਵੇ ਲੱਖ ਤੀਕਰ ਕਹਿੰਦੇ 1.25 ਲੱਖ ਦੇ ਦਾਂਗੇ, ਕਿਉਂਕਿ 20-15 ਦੁੱਧ ਦੇਈ ਜਾਂਦੀ ਹੈ। ਜਿੱਦਣ ਦੁੱਧ ਦੇਣੋਂ ਹਟੇ, ਫਿਰ ਹਨੇਰਾ ਸਵੇਰਾ ਜਿਹਾ ਵੇਖ ਕੇ ਲੋਕ ਛੱਡ ਆਉਂਦੇ ਆ ਵੀ ਇਹਨੂੰ ਸਾਂਭ ਕੇ ਕੀ ਕਰਨਾ, ਨਾ ਦੁੱਧ ਦਿੰਦੀ ਨਾ ਸੂਆ, ਵੀ ਇਹਨੂੰ ਪੱਠੇ ਪਾਉਣੇ ਨੇ ਵਾਧੂ ਦੇ। ਲੋਕ ਰੱਖਦੇ ਨਹੀਂ ਉਸ ਪਸ਼ੂ ਨੂੰ, ਉਸ ਗਾਂ ਨੂੰ, ਜਿਹੜਾ ਦੁਧਾਰੂ ਨਾ ਹੋਵੇ। ਤੇ ਇੱਥੇ ਉਹ ਉਦਾਹਰਨ ਲਈ ਆ ਸਤਿਗੁਰਾਂ ਨੇ। ਕਹਿੰਦੇ ਵੀ ਜਿਹੜੀ ਗਾਂ ਦੁੱਧ ਨਾ ਦਿੰਦੀ ਹੋਵੇ, ਜਿਵੇਂ ਉਹ ਕਿਸੇ ਕੰਮ ਨਹੀਂ ਆਉਂਦੀ, ਲੋਕ ਉਸ ਨੂੰ ਘਰੋਂ ਕੱਢ ਦਿੰਦੇ ਹਨ, ਇਸੇ ਪ੍ਰਕਾਰ ਇਹ ਜੀਵ ਰੂਪੀ ਗਾਂ ਹੈ ਜੋ ਮਨੁੱਖਾ ਜਨਮ ਹੈ ਨਾ। ਧੇਨ ਦੁੱਧੈ ਤੇ ਬਾਹਰੀ। ਕਹਿੰਦੇ ਵੀ ਜੋ ਮਨੁੱਖਾ ਜਨਮ ਪ੍ਰਾਪਤ ਕਰਕੇ ਜੀਵ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਦੁੱਧ ਤੋਂ ਬਗੈਰ ਹੈ, ਮਨੁੱਖਾ ਜਨਮ ਰੂਪੀ ਗਾਂ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਦੁੱਧ ਨਹੀਂ ਹੈ, ਕਿਤੇ ਨਾ ਆਵੇ ਕਾਮ, ਇਹ ਕਿਸੇ ਕੰਮ ਨਹੀਂ ਆਉਂਦਾ। ਫਿਰ ਜੇ ਵਾਹਿਗੁਰੂ ਦਾ ਮਿਲਾਪ ਹੀ ਨਹੀਂ ਹੈ, ਫਿਰ ਇਹਦੇ ਜੰਮਣ ਦਾ ਕੀ ਫਾਇਦਾ। ਇਹਦੇ ਜੰਮਣ ਕੋਲੋਂ ਕੀ ਥੁੜਿਆ ਸੀ ਵੀ ਨਾ ਹੀ ਜੰਮਦਾ। ਕਹਿੰਦੇ ਵੀ ਕਿਸੇ ਕੰਮ ਨਹੀਂ ਆਉਂਦਾ। ਜਾਂ ਧੇਨ ਬੁੱਧ ਨੂੰ ਵੀ ਕਹਿ ਦਿੰਦੇ ਨੇ। ਕਹਿੰਦੇ ਜਿਹੜੀ ਬੁੱਧ ਰੂਪੀ ਧੇਨ ਗਊ ਹੈ, ਜੇ ਇਹਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਦੁੱਧ ਹੀ ਨਹੀਂ ਪੈਦਾ ਹੋਇਆ, ਭਾਵ ਜੇ ਬੁੱਧ ਵਿੱਚ ਇਹ ਖਿਆਲ ਹੀ ਨਹੀਂ ਆਇਆ ਵੀ ਮੈਂ ਨਾਮ ਜਪਾਂ, ਫਿਰ ਕਹਿੰਦੇ ਵੀ ਇਹ ਬੁੱਧ ਕਿਸੇ ਕੰਮ ਨਹੀਂ ਹੈ। ਭਾਵੇਂ ਇਹਦੇ ਅੱਗੇ ਲਿਖਿਆ ਹੋਵੇ ਡਾਕਟਰ, ਪ੍ਰੋਫੈਸਰ, ਫਿਲਾਸਫਰ, ਜੱਜ, ਵਕੀਲ, ਭਾਵੇਂ ਕੋਈ ਅਫਸਰ ਲਿਖਿਆ ਹੋਵੇ, ਇਹ ਪ੍ਰਧਾਨ ਮੰਤਰੀ, ਪੰਚ, ਸਰਪੰਚ, ਰਾਗੀ, ਗ੍ਰੰਥੀ, ਕਥਾਕਾਰ, ਕਹਿੰਦੇ ਜੋ ਮਰਜ਼ੀ ਲਿਖ ਦੋ, ਬੁੱਧੀ ਕਿਸੇ ਕੰਮ ਨਹੀਂ ਹੈ। ਤੇਰੀ ਇਹੋ ਜਿਹੀ ਪੜ੍ਹਾਈ ਦਾ ਕੀ ਫਾਇਦਾ ਜੇ ਉਹਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਪ੍ਰੇਮ ਰੂਪੀ ਦੁੱਧ ਨਹੀਂ ਪੈਦਾ ਹੋਇਆ। ਵਿਦਵਾਨ ਹੋਵੇਗਾ ਤੂੰ, ਪਰ ਜੇ ਤੂੰ ਨਾਮ ਨਹੀਂ ਜਪਦਾ, ਤੇਰੀ ਇਹ ਵਿਦਵਤਾ ਜਿਹੜੀ ਹੈ ਨਾ, ਇਹ ਇੱਦਾਂ ਹੀ ਹੈ ਜਿਵੇਂ ਫੰਡੜ ਗਾਂ ਹੈ, ਜਿਹੜੀ ਨਾ ਸੂਆ ਦਿੰਦੀ ਨਾ ਦੁੱਧ ਦਿੰਦੀ। ਜਿਵੇਂ ਉਹ ਧੱਕੇ ਖਾਂਦੀ, ਐਵੇਂ ਤੂੰ ਨਰਕਾਂ 'ਚ ਖਾਏਗਾ। ਸਤਿਗੁਰੂ ਮਹਾਰਾਜ ਕਹਿੰਦੇ ਵੀ ਦੁੱਧ ਤੋਂ ਬਿਨਾਂ ਜਿਵੇਂ ਗਾਂ ਕਿਸੇ ਕੰਮ ਨਹੀਂ, ਜਿਹੜੀ ਅਕਲ ਵਿੱਚ ਰੱਬ ਦਾ ਨਾਮ ਰੂਪੀ ਦੁੱਧ ਨਹੀਂ ਪੈਦਾ ਹੋਇਆ, ਬੁੱਧੀ ਰੂਪੀ ਗਊ ਨਾਮ ਰੂਪੀ ਪ੍ਰੇਮ ਰੂਪੀ ਦੁੱਧ ਨਹੀਂ ਦਿੰਦੀ, ਭਾਵ ਜੋ ਨਾਮ ਨਹੀਂ ਜਪਦੇ
ਉਹਨਾਂ ਦੀ ਅਕਲ ਕਿਸੇ ਕੰਮ ਨਹੀਂ ਹੈ, ਭਾਵੇਂ ਜਿੰਨੀਆਂ ਮਰਜ਼ੀ ਡਿਗਰੀਆਂ ਚੱਕੀ ਫਿਰਨ। ਲੋਕਾਂ ਨੂੰ ਬੜਾ ਹੁੰਦਾ ਉਹ ਜਿਹੜੀ ਪੜ੍ਹਾਈ ਕੀਤੀ ਹੋਵੇ ਨਾ ਉਹ ਨਾਲ ਲਿਖਾਉਣਗੇ ਜ਼ਰੂਰ, ਫਲਾਨਾ ਸਿੰਘ MA BA BEd। ਉਹ ਆਪਣਾ ਆਪ ਵਿਖਾਉਣ ਤੋਂ ਰਹਿ ਨਹੀਂ ਸਕਦੇ ਵੀ ਮੈਂ ਫਲਾਨਾ ਫਲਾਨਾ ਆ, ਪੜ੍ਹਾਈ ਦੱਸਦੇ ਨੇ। ਉਹ ਹਰ ਇੱਕ ਬੰਦਾ ਆਪਣੇ ਆਪ ਨੂੰ ਜਣਾਉਣ ਦਾ ਯਤਨ ਕਰਦਾ ਹੈ, ਪਰ ਸਾਧ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਜੇ ਨਾਮ ਨਹੀਂ ਜਪਿਆ ਤਾਂ ਫੇਰ ਪੜ੍ਹਾਈ ਕਿਸੇ ਕੰਮ ਨਹੀਂ। ਜੇ ਆਪਾਂ ਨਹੀਂ ਕਹਿੰਦੇ ਵਾਹਿਗੁਰੂ 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 ਹਾਂ, ਉਹ ਅਕਲ ਦਾ ਕੋਈ ਫਾਇਦਾ ਨਹੀਂ ਜੇ ਵਾਹਿਗੁਰੂ ਦੇ ਨਾਮ ਦਾ ਪਿਆਰ ਨਹੀਂ ਜਿਸ ਵਿੱਚ ਪੈਦਾ ਹੁੰਦਾ। ਇੱਕ ਹੋਰ ਮਹਾਰਾਜ ਦ੍ਰਿਸ਼ਟਾਂਤ ਦਿੰਦੇ ਨੇ ਜਿਹੜਾ ਸਾਨੂੰ ਸੌਖਾ ਸਮਝ ਆਵੇ। ਕਹਿੰਦੇ ਜਿਵੇਂ ਪਾਣੀ ਤੋਂ ਬਗੈਰ ਜਿਹੜੀ ਸਾਖ ਕੀ ਹੈ, ਖੇਤੀ ਕੁਮਲਾਵਤੀ ਕੁਮਲਾ ਜਾਂਦੀ ਹੈ। ਫਸਲ ਬੀਜੀ ਹੋਵੇ ਪਾਣੀ ਨਾ ਲਾਓ ਕੁਮਲਾ ਜਾਂਦੀ ਹੈ। ਜਦੋਂ ਖੇਤੀ ਕੁਮਲਾ ਗਈ ਹੈ, ਜਿਵੇਂ ਹੁਣ ਸਮਝੋ ਵੀ ਕਣਕਾਂ ਹੀ ਹੈ, ਇਹਨਾਂ ਨੂੰ ਪਾਣੀ ਨਾ ਲਾਇਆ ਹੋਵੇ ਸਿੱਟਾ ਨਹੀਂ ਪੈਂਦਾ, ਜੇ ਪਵੇ ਵੀ ਤੇ ਉਹ ਸੜਿਆ ਜਿਹਾ ਹੁੰਦਾ, ਦਾਣਾ ਨਿਕਲਦਾ ਨਹੀਂ। ਦਾਣੇ ਨਹੀਂ ਨਿਕਲਣਗੇ, ਢੇਰ ਨਹੀਂ ਲੱਗੂਗਾ, ਢੇਰ ਨਹੀਂ ਲੱਗੂਗਾ ਤੇ ਫਿਰ ਦਾਮ ਦਮੜੇ ਪੈਸੇ ਕਿਵੇਂ ਉਪਜਣਗੇ। ਭਾਵ ਜੇ ਕਿਸੇ ਨੇ ਫਸਲ ਬੀਜੀ ਹੈ, ਪਾਣੀ ਲਾਇਆ ਨਾ ਹੋਵੇ ਤਾਂ ਦੱਸੋ ਵੀ ਉਹ ਕਿਵੇਂ ਜਾ ਕੇ ਉਹ ਤੋਂ ਆਖੇਗਾ ਵੀ ਮੈਂ ਹੁਣ ਮੰਡੀ ਵੇਚ ਵੱਟ ਕੇ ਤੇ ਬਹੁਤੀ ਮਾਇਆ ਕਮਾ ਲਾਂਗਾ। ਨਹੀਂ ਕਮਾ ਸਕਦਾ ਨਾ। ਜਾਂ ਦਾਮ ਨਾਮ ਸਾਧ ਸੰਗਤ ਐਵੇਂ ਵੀ ਕਹਿੰਦੇ ਸਾਖ ਸਾਖਾਂ ਤੋਂ ਭਾਵ ਟਹਿਣੀਆਂ ਦੀ ਬਿਰਸ਼ ਤੋਂ ਵੀ ਕਹਿ ਦਿੰਦੇ ਆ ਵੀ ਜੇ ਪਾਣੀ ਨਾ ਲੱਗਾ ਹੋਵੇ ਤਾਂ ਜਿਹੜਾ ਬਿਰਸ਼ ਹੈ ਇਹ ਬਿਰਸ਼ ਜਿਹੜਾ ਇਹਨੂੰ ਟਹਿਣੀਆਂ ਨਹੀਂ ਨਿਕਲਦੀਆਂ, ਅੱਗੇ ਦਾਮ ਟਹਿਣੇ ਨਹੀਂ ਲੱਗ ਸਕਦੇ, ਦਰਖਤ ਹਰਿਆ ਭਰਿਆ ਨਹੀਂ ਹੋ ਸਕਦਾ। ਪਰ ਮੁੱਖ ਰੂਪ ਦੇ ਵਿੱਚ ਅਰਥ ਇਹੀ ਹੈ ਵੀ ਜਿਹੜੀ ਖੇਤੀ ਨੂੰ ਪਾਣੀ ਨਾ ਲਾਈਏ, ਕਣਕ ਬੀਜ ਕੇ ਆਖੇ ਵੀ ਮੈਂ ਪਾਣੀ ਲਾਉਣਾ ਹੀ ਨਹੀਂ ਹੈ, ਉਹ ਫਿਰ ਸੜੇ ਜੇ ਸਿੱਟੇ ਜੇ ਥੋੜ੍ਹੇ ਥੋੜ੍ਹੇ ਨਿਕਲ ਤਾਂ ਆਉਣਗੇ, ਪਰ ਉਹਦੇ ਵਿੱਚੋਂ ਕੋਈ ਦਾਣੇ ਲੈ ਕੇ ਬਹੁਤੇ ਕੋਈ ਮੁੱਲ ਨਹੀਂ ਵੱਟ ਸਕਦਾ। ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਨਾਮ ਰੂਪੀ ਜਲ ਹੈ ਜਾਂ ਪ੍ਰੇਮ ਰੂਪੀ ਵੀ ਜਲ ਹੈ। ਨਾਮ ਰੂਪੀ ਜਲ ਤੋਂ ਬਗੈਰ ਜਿਹੜਾ ਜੀਵ ਹੈ ਇਹਦੇ ਅੰਦਰ ਸ਼ੁਭ ਗੁਣਾਂ ਦੀ ਖੇਤੀ ਜਿਹੜੀ ਹੈ ਨਾ ਉਹ ਕੁਮਲਾ ਜਾਂਦੀ ਹੈ। ਜਲ ਬਿਨ ਸਾਖ ਕੁਮਲਾਵਤੀ। ਜੇ ਵਾਹਿਗੁਰੂ ਦਾ ਪ੍ਰੇਮ ਨਾਮ ਰੂਪੀ ਪਾਣੀ ਨਹੀਂ ਨਾ ਪਾਵਾਂਗੇ ਆਪਣੇ ਅੰਦਰ, ਸ਼ੁਭ ਗੁਣਾਂ ਦੀ ਖੇਤੀ ਹੈ। ਜਿੰਨੇ ਵੀ ਚੰਗੇ ਗੁਣ ਨੇ ਉਹ ਰੱਬ ਨੇ ਹਰ ਇੱਕ ਬੰਦੇ ਦੇ ਅੰਦਰ ਉਹ ਸਭ ਗੁਣ ਰੱਖੇ ਨੇ, ਪਰ ਜਦੋਂ ਨਾਮ ਨਹੀਂ ਜਪਿਆ ਜਾਂਦਾ, ਸਿਮਰ ਨਹੀਂ ਕੀਤਾ ਜਾਂਦਾ, ਉਹ ਗੁਣ ਸਹਿਜੇ ਸਹਿਜੇ ਘਟਣ ਲੱਗ ਪੈਂਦੇ ਆ, ਫਿਰ ਅਖੀਰ ਸੋਕੀ ਜਾਂਦੇ ਆ, ਭਾਵ ਕਿ ਸ਼ੁਭ ਗੁਣ ਖਤਮ ਹੀ ਹੋ ਜਾਂਦੇ ਆ। ਤੇ ਜਿੱਦਣ ਮਹਾਰਾਜ ਕਹਿੰਦੇ ਸ਼ੁਭ ਗੁਣ ਕੁਮਲਾ ਗਏ ਨਾ ਤੇਰੇ ਅੰਦਰੋਂ, ਦਇਆ ਮਰ ਗਈ, ਧਰਮ ਮਰ ਗਿਆ, ਸੰਤੋਖ ਖਤਮ ਹੋ ਗਿਆ, ਉਪਜਾ ਹੈ ਨਾ ਹੀ ਦਾਮ। ਆਪਣੇ ਸਰੂਪ ਦੀ ਸਖਿਆਤਤਾ ਹੋਣ ਰੂਪੀ ਕਹਿੰਦੇ ਦਾਮ ਦਮੜੇ ਨਹੀਂ ਤੈਨੂੰ ਮਿਲਣਗੇ, ਭਾਵ ਕਿ ਤੈਨੂੰ ਵਾਹਿਗੁਰੂ ਦਾ ਫਿਰ ਕਦੀ ਗਿਆਨ ਨਹੀਂ ਹੋ ਸਕਦਾ। ਜਦੋਂ ਅੰਦਰੋਂ ਗੁਣ ਹੀ ਮਰ ਗਏ ਫਿਰ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇਗੀ? ਨਹੀਂ ਹੋ ਸਕਦੀ। ਇਸੇ ਤਰ੍ਹਾਂ ਹੋਵੇ ਤਾਂ ਸੁਹਾਗਣ ਹਰ ਨਾ ਮਿਲੀ ਹੈ ਸਾਜਨ ਹੈ, ਪਰ ਕਹਿੰਦੇ ਵੀ ਉਹ ਜੋ ਪਤੀ ਜੋ ਪਰਮੇਸ਼ਰ ਦੀ ਨਿਆਈ ਮੰਨ ਕੇ ਜਿਸ ਪਤੀ ਵਰਤਾ ਨੂੰ ਆਪਣੇ ਸਿਰ ਦਾ ਸਾਈਂ ਜਿਹੜਾ ਹੈ, ਜਿਹੜਾ ਉਹ ਸਾਥ ਨਿਭਾਉਣ ਵਾਲਾ ਹੈ, ਉਹ ਜੇ ਮਿਲਾਪ ਉਹਦਾ ਪ੍ਰਾਪਤ ਨਾ ਹੋਵੇ, ਦੱਸੋ ਫਿਰ ਕਦ ਕਿੱਥੇ ਜਾਂ ਕਿਵੇਂ ਉਸ ਸੁਹਾਗਣ ਨੂੰ ਚੈਨ ਮਿਲ ਸਕਦਾ ਹੈ? ਜਿਸ ਸੁਹਾਗਣ ਦੇ ਘਰ ਦੇ ਵਿੱਚ ਪਤੀ ਵਰਤਾ ਦੇ ਘਰ ਦੇ ਵਿੱਚ ਕੰਨ ਤੇ ਆ ਕੇ ਦਿਖਾਈ ਨਾ ਦਵੇ, ਪਤੀ ਨਾ ਆਵੇ,
ਗ੍ਰਾਮ ਆਓ ਜਿਹੜੇ ਨਗਰ ਵਿੱਚ ਜਿਹੜੇ ਸ਼ਹਿਰ 'ਚੋਂ ਪਤੀ ਵਰਤਾ ਬੀਬੀਆਂ ਰਹਿੰਦੀਆਂ ਨੇ, ਉਹਨਾਂ ਨੂੰ ਭੱਠੇ ਦੀ ਨਿਆਈ, ਜਿਵੇਂ ਭੱਠੇ ਚਿੱਟਾਂ ਤਪਦੀਆਂ ਐਵੇਂ ਉਹ ਤਪਦੀਆਂ ਰਹਿੰਦੀਆਂ ਹਨ ਪਤੀ ਵਰਤਾ ਪਤੀ ਦੇ ਵਿਛੋੜੇ ਵਿੱਚ। ਉਹਦੇ ਕੀਤੇ ਹੋਏ ਸਾਰੇ ਹੀ 16 ਤਰ੍ਹਾਂ ਦੇ ਸ਼ਿੰਗਾਰ, ਖਾਧੇ ਹੋਏ ਪਾਨਾਂ ਦੇ ਬੀੜੇ, ਕਈ ਤਰ੍ਹਾਂ ਦੇ ਰਸ ਖਾਧੇ ਹੋਏ। ਉਹਦੀ ਦੇਹੀ ਦੇ ਸਮੇਤ ਸਭ ਖਾਮ ਕਚਿਆਈ ਵਾਲੇ ਭਾਵ ਬੇਫਾਇਦਾ ਹੀ ਨੇ। ਵੀ ਸਿਰ ਦਾ ਸਾਈਂ ਮਿਲੇ ਨਾ, ਉਹਦੇ ਸੁਹਾਗਣ ਦੇ ਸ਼ਿੰਗਾਰ ਕੀ ਕਹਿੰਦੇ, ਉਹਦੇ ਜ਼ਬਾਨ ਦੇ ਚਸਕੇ ਕੀ ਕਹਿੰਦੇ। ਉਹ ਤਾਂ ਕਹਿੰਦੇ ਭੱਠੇ 'ਚ ਪਈ ਹੋਈ ਇੱਟ ਦੇ ਵਾਂਗ ਭੁੱਜਦੀ ਰਹਿੰਦੀ ਹੈ। ਇਸੇ ਤਰ੍ਹਾਂ ਤ੍ਰੀਬ ਭਾਵ ਵਿੱਚ ਮਹਾਰਾਜ ਕਹਿੰਦੇ ਹਨ ਹਰ ਜਿਹੜਾ ਲੋਕ ਪਰਲੋਕ ਦਾ ਸੱਜਣ ਹੈ, ਮਾਤਾ ਦੇ ਗਰਭ ਦਾ ਵੀ ਤੇ ਸੰਸਾਰ ਦਾ ਵੀ ਤੇ ਪਰਲੋਕ ਦਾ ਵੀ ਸਹਾਈ ਮਦਦਕਾਰ ਹੈ। ਹਰ ਨਾਹ ਨਾਮ ਹੈ ਪਤੀ ਦਾ। ਉਹ ਹਰੀ ਪਤੀ ਨੂੰ ਜੇ ਨਾ ਮਿਲੇ ਜੀਵ ਇਸਤਰੀ ਭਾਵ ਜੇ ਜੀਵ ਨੂੰ ਵਾਹਿਗੁਰੂ ਦਾ ਮਿਲਾਪ ਨਾ ਪ੍ਰਾਪਤ ਹੋਵੇ, ਫਿਰ ਕਤ ਦੱਸੋ ਕਿਵੇਂ ਜਾਂ ਕਤ ਕਿੱਥੇ ਵਿਸਰਾਮ ਨਾਮ ਹੁੰਦਾ ਚੈਨ ਦਾ। ਵੀ ਜਿਵੇਂ ਕੋਈ ਬੰਦਾ ਥੱਕਾ ਟੁੱਟਾ ਆਵੇ, ਆਪਾਂ ਨੂੰ ਕਹਿੰਦੇ ਨਾ ਵਿਸ਼ਰਾਮ ਕਰ ਲਓ ਕੁਝ ਸਮਾਂ। ਵਿਸ਼ਰਾਮ ਗਾਹ ਬਣੀ ਹੁੰਦੀ ਹੈ, ਵਿਸ਼ਰਾਮ ਘਰ ਬਣੇ ਹੁੰਦੇ ਨੇ, ਜਿੱਥੇ ਭਾਵ ਕਿ ਕੁਝ ਸਮਾਂ ਆਰਾਮ ਕਰਕੇ ਸੁੱਖ ਪਾਈਦਾ, ਚੈਨ ਨਾਲ ਬੈਠ ਜਾਈਏ, ਉਹਨੂੰ ਕਹਿੰਦੇ ਵਿਸ਼ਰਾਮ ਕਰਨਾ। ਭਾਵ ਹੈ ਸੁੱਖ ਲੈਣਾ। ਤੇ ਜੇ ਕਹਿੰਦੇ ਵਾਹਿਗੁਰੂ ਪਤੀ ਨਹੀਂ ਮਿਲਿਆ ਤਾਂ ਫਿਰ ਦੱਸੋ ਕਿਵੇਂ ਬੰਦਾ ਵਿਸ਼ਰਾਮ ਪਾਊਗਾ। 84 ਲੱਖ ਜੂਨਾਂ ਤਾਂ ਇਹਦਾ ਆਉਣਾ ਜਾਣਾ ਖੂਹ ਦੀਆਂ ਟਿੰਡਾਂ ਵਾਂਗ ਬਣਿਆ ਰਹਿਣਾ, ਕਿਵੇਂ ਸੁੱਖ ਪਾਊਗਾ। ਵਾਹਿਗੁਰੂ ਦੀ ਪ੍ਰਾਪਤੀ ਤੋਂ ਬਗੈਰ ਨਹੀਂ ਪਾ ਸਕਦਾ। ਜਿਸ ਘਰ ਜਿਸ ਜੀਵ ਦੇ ਅੰਤःਕਰਨ ਰੂਪੀ ਘਰ ਦੇ ਵਿੱਚ ਹਰੀ ਜੋ ਸਭ ਦੇ ਦੁੱਖ ਹਰਨ ਵਾਲਾ ਕੰਤ ਪਤੀ ਪਰਮੇਸ਼ਰ ਨਾ ਪ੍ਰਗਟੇ, ਪ੍ਰਗਟ ਨਹੀਂ ਹੁੰਦਾ। ਪ੍ਰਗਟਣ ਸ਼ਬਦ ਵਰਤਿਆ, ਇਹਦਾ ਭਾਵ ਹੈ ਵੀ ਹੈਗਾ ਸਾਡੇ ਅੰਦਰ ਹੀ ਹੈ ਪਰ ਪ੍ਰਗਟ ਨਹੀਂ ਹੋਇਆ। ਜਿਹੜੇ ਹਿਰਦੇ ਵਿੱਚ ਜਿਹੜੇ ਅੰਤःਕਰਨ 'ਚ ਵਾਹਿਗੁਰੂ ਪ੍ਰਗਟ ਨਹੀਂ ਹੋਇਆ, ਸਾਖਿਆਤ ਨਹੀਂ ਹੋਇਆ, ਜਿਸ ਹਿਰਦੇ ਵਿੱਚ ਪਰ ਜੀਵ ਨੂੰ ਪਰਮੇਸ਼ਰ ਦੇ ਦਰਸ਼ਨ ਨਹੀਂ ਹੋਏ, ਅਨੁਭਵ ਨਹੀਂ ਹੋਇਆ ਵੀ ਵਾਹਿਗੁਰੂ ਮੇਰੇ ਅੰਦਰ ਵਸਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਭੱਠ ਨਗਰ ਸੇ ਗ੍ਰਾਮ, ਉਹਨਾਂ ਦਾ ਨਗਰ ਸ਼ਹਿਰ ਦੀ ਨਿਆਈ ਸਰੀਰ ਤੇ ਗ੍ਰਾਮ ਦੀ ਨਿਆਈ ਪੰਜੇ ਕਰਮ ਇੰਦਰੇ, ਪੰਜੇ ਗਿਆਨ ਇੰਦਰੇ। ਕਹਿੰਦੇ ਵੀ ਭੱਠੇ ਵਿੱਚ ਪਈਆਂ ਹੋਈਆਂ ਇੱਟਾਂ ਦੀ ਨਿਆਈ ਹੀ ਉਹ ਹਰ ਸਮੇਂ ਤੜਫਦੇ ਰਹਿੰਦੇ ਨੇ, ਭੁੱਜਦੇ ਰਹਿੰਦੇ ਆ। ਜਿਵੇਂ ਇੱਟਾਂ ਭੱਠੇ ਦੇ ਵਿੱਚ ਸੇਕ ਦੇ ਨਾਲ ਭੁੱਜਦੀਆਂ ਨੇ ਨਾ, ਜਿਵੇਂ ਤਪਦੀਆਂ ਨੇ, ਇਵੇਂ ਉਹਨਾਂ ਦਾ ਸਰੀਰ ਤਪਦਾ ਹੈ, ਉਹਨਾਂ ਦੇ ਇੰਦਰੇ ਤਪਦੇ ਹਨ। ਜਾਂ ਨਗਰ ਹੁੰਦਾ ਸ਼ਹਿਰ ਵੱਡਾ, ਸ਼ਹਿਰ ਵੱਡੇ ਤੋਂ ਭਾਵ ਕਿ ਵੱਡੇ ਸਰੀਰ, ਵੱਡੇ ਕੱਦ ਕਾਠ, ਅਤੇ ਗ੍ਰਾਮ ਤੋਂ ਭਾਵ ਪਿੰਡ ਜਿਵੇਂ ਛੋਟੇ ਹੁੰਦੇ ਆ ਆਬਾਦੀ 'ਚ, ਇਸੇ ਤਰ੍ਹਾਂ ਪਿੰਡ ਦੀ ਨਹੀਂ ਆਈ ਛੋਟੇ ਸਰੀਰ। ਲੰਮੇ ਸਰੀਰਾਂ ਵਾਲੇ ਹੋਣ ਭਾਵੇਂ ਕਹਿੰਦੇ ਮਧਰੇ ਸਰੀਰਾਂ ਵਾਲੇ ਹੋਣ, ਉਹ ਇੱਦਾਂ ਹਰ ਸਮੇਂ ਤਪਦੇ ਰਹਿੰਦੇ ਹੈ ਜਿਵੇਂ ਭੱਠੇ ਦੀਆਂ ਇੱਟਾਂ ਤਪਦੀਆਂ ਨੇ। ਜਿਵੇਂ ਉੱਥੇ ਤਪਸ਼ ਹੁੰਦੀ ਹੈ, ਜਿਵੇਂ ਉੱਥੇ ਰਾਖ ਹੁੰਦੀ ਹੈ, ਕਹਿੰਦੇ ਇਸੇ ਤਰ੍ਹਾਂ ਉਹਨਾਂ ਦੇ ਅੰਦਰ ਵਿਸ਼ੇ ਵਿਕਾਰ ਉਹਨਾਂ ਨੂੰ ਤਪਾਉਂਦੇ ਦੁਖੀ ਕਰਦੇ ਹਨ ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਨਹੀਂ ਆਇਆ। ਕਿਉਂਕਿ ਤਪਦੇ ਭੱਠੇ ਠੰਡੇ ਹੋ ਜਾਂਦੇ ਨਾ ਸੁਆਮੀ ਦੇ ਆਉਣ ਨਾਲ। ਗੁਰੂ ਕਲਗੀਧਰ ਮਹਾਰਾਜ ਦੇ ਘੋੜੇ ਦਾ ਪੌੜ ਪਿਆ ਤਪਦੇ ਭੱਠੇ ਤੇ, ਭੱਠਾ ਹੀ ਠੰਡਾ ਹੋ ਗਿਆ। ਗੁਰਦੁਆਰਾ ਭੱਠਾ ਸਾਹਿਬ, ਭੱਠ ਸਾਹਿਬ ਹੁਣ ਵੀ ਉਹ ਭੱਠਾ ਸਾਹਿਬ ਹੀ ਬਣਿਆ ਹੈ। ਤਪਦੇ ਭੱਠ ਵਿੱਚ ਗੁਰੂ ਦਾ ਸਿੱਖ ਬਹਿ ਗਿਆ, ਭੱਠ ਹੀ ਠੰਡਾ ਹੋ ਗਿਆ, ਪੱਟੀ ਗੁਰੂ ਘਰ ਬਣਿਆ ਹੈ। ਇਹਦਾ ਭਾਵ ਇਹ ਲੈ ਲਓ ਵੀ ਜਿਹੜੇ ਹਿਰਦੇ ਦੇ ਭੱਠੇ ਦੀ ਨਿਆਈ ਤਪ ਰਹੇ ਨੇ ਵਿਛੋੜੇ ਕਰਕੇ, ਜਿੱਥੇ ਗੁਰੂ ਮਹਾਰਾਜ ਗੁਰੂ ਕੇ ਬ੍ਰਹਮ ਗਿਆਨੀ ਸਿੱਖ ਉਹਨਾਂ ਦੀ ਨਿਗਾਹ ਪੈ ਗਈ, ਉਹਨਾਂ ਦੇ ਤਪਦੇ ਭੱਠੇ ਦੀ ਨਿਆਈ ਸੀਨੇ ਠੰਡੇ ਹੋ ਜਾਂਦੇ ਨੇ, ਵਿਕਾਰਾਂ ਤੋਂ ਸ਼ਾਂਤ ਕਰ ਦਿੰਦੇ ਨੇ ਮਹਾਰਾਜ। ਸਰਬ ਸ਼ਿੰਗਾਰ ਕਹਿੰਦੇ ਵੀ ਜਿਹੜਾ ਜਗਿਆਸੂ ਧਰਮ ਦੇ ਕਈ ਤਰ੍ਹਾਂ ਦੇ ਸ਼ਿੰਗਾਰ ਕਰਦਾ ਏ ਨਾ, ਉਹਦੇ ਧਰਮ ਦੇ ਕੀਤੇ ਹੋਏ ਸਾਰੇ ਹੀ ਜਿਹੜੇ ਸ਼ਿੰਗਾਰ ਹਨ, ਭਾਵ ਧਰਮੀ ਅਖਵਾਉਣਾ, ਧਰਮੀ ਅਖਵਾਉਣਾ, ਪਰ ਵਾਹਿਗੁਰੂ ਮਿਲਿਆ ਨਹੀਂ ਹੈ, ਫਿਰ ਧਰਮ ਦੇ ਸ਼ਿੰਗਾਰ ਤੇਰੇ ਕੀ ਆਂਦੇ ਹੈ?
ਜਿਵੇਂ ਸੁਹਾਗਣ ਨੇ ਸੁਹਾਗ ਦਾ ਜੋੜਾ ਪਾਇਆ ਹੋਵੇ, ਪਤੀ ਮਿਲਿਆ ਨਹੀਂ, ਤੇਰਾ ਸੁਹਾਗਣਪੁਣਾ ਕੀ ਕਹਿੰਦਾ ਹੈ। ਜਿਵੇਂ ਕਹੇ ਵੀ ਮੈਂ ਬੜਾ ਧਰਮੀ ਹੈ, ਮੈਂ ਬੜੇ ਸਾਧਨ ਕੀਤੇ ਆ, ਮੈਂ ਬੜੀ ਕਮਾਈ ਕੀਤੀ, ਕਹਿੰਦੇ ਵੀ ਤੇਰੀ ਜਿਹੜੀ ਕਮਾਈ ਹੈ, ਉਹ ਕਹਿੰਦੇ ਵੀ ਜਿਹੜੀ ਤੇਰੀ ਕਮਾਈ ਕੀਤੀ ਹੋਈ ਕਿਸ ਕੰਮ ਹੈ, ਉਹ ਤੇਰੇ ਧਰਮ ਦੇ ਸਾਧਨ ਕੀਤੇ ਹੋਏ ਕਿਸ ਕੰਮ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਆ ਸੰਗਤ ਵਾਹਿਗੁਰੂ, ਆ ਸੰਗਤ ਆਪ ਰੋਕੇ ਸੇਵਾਦਾਰਾਂ ਨੂੰ ਤੇ ਇਦਾਂ ਕਹਿੰਦੇ ਆ। ਸੋ ਸੰਗਤ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਜੇ ਕੋਈ ਧਰਮ ਦੇ ਸ਼ਿੰਗਾਰ ਕੀਤੇ ਹੋਏ ਤੇਰੇ ਕਿਸੇ ਕੰਮ ਨਹੀਂ ਹਨ। ਸਤਿਗੁਰੂ ਸਾਹਿਬ ਜੀ ਸਰਬ ਸ਼ਿੰਗਾਰ ਤੰਬੋਲ ਰਸ, ਤੰਬੋਲ ਪਾਨਾਂ ਦੇ ਬੀੜੇ ਦੀ ਨਹੀਂ ਆਈ ਹੈ। ਜੇ ਕੋਈ ਆਖੇ ਵੀ ਮੈਨੂੰ ਬਹੁਤ ਜ਼ਿਆਦਾ ਕਹਿੰਦੇ ਵੀ ਬਾਣੀ ਦੇ ਬਚਨ ਮਹਾਂਵਾਕ ਗ੍ਰੰਥਾਂ ਦੇ ਵਾਕ ਯਾਦ ਨੇ, ਤੇਰੇ ਉਹ ਵਾਕ ਯਾਦ ਕੀ ਕਹਿਣਗੇ। ਰਸ ਦੀ ਨਹੀਂ ਆਈ ਹੈ ਵੀ ਪ੍ਰੇਮ ਦੀਆਂ ਗੱਲਾਂ ਕਰਨੀਆਂ, ਤੇਰੀਆਂ ਪ੍ਰੇਮ ਦੀਆਂ ਗੱਲਾਂ ਕੀਤੀਆਂ ਕੀ ਕਹਿਣਗੀਆਂ ਜੇ ਤੈਨੂੰ ਪਰਮੇਸ਼ਰ ਦਾ ਮਿਲਾਪ ਨਹੀਂ ਹੋਇਆ। ਧਰਮ ਦਾ ਚੋਲਾ, ਜ਼ੁਬਾਨੀ ਯਾਦ ਕੀਤੇ ਗ੍ਰੰਥਾਂ ਦੇ ਬਚਨ, ਪ੍ਰੇਮ ਦੀਆਂ ਫੋਕੀਆਂ ਗੱਲਾਂ, ਇਹ ਮਨੁੱਖਾ ਜਨਮ ਦੇਹੀ ਦੇ ਸਮੇਤ ਸਭ ਕੁਝ ਹੀ ਖਾਮ ਕਚਿਆਈ ਵਾਲਾ ਹੈ। ਸਭ ਕੁਝ ਕਹਿੰਦੇ ਬੇਫਜ਼ੂਲ ਹੈ ਜੇ ਵਾਹਿਗੁਰੂ ਨਹੀਂ ਮਿਲਿਆ। ਪ੍ਰਭੂ ਸਮਰੱਥ ਜੋ ਮਾਲਕ ਸੁਆਮੀ ਕੰਤਪਤੀ ਹੈ, ਜਿਹੜੀਆਂ ਰੂਹਾਂ ਉਹ ਤੋਂ ਵਿਹੋਣੀਆਂ ਖਾਲੀ ਹਨ, ਜਿਹੜੇ ਸਰੀਰ ਉਸ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਗੈਰ ਹਨ। ਮਹਾਰਾਜ ਸਾਹਿਬ ਕਹਿੰਦੇ ਭਾਵੇਂ ਕੋਈ ਮੀਤ ਮਿੱਤਰ ਹੈ, ਭਾਵੇਂ ਕੋਈ ਸੱਜਣ ਹੈ, ਉਹ ਸਾਰੇ ਹੀ ਉਹਨਾਂ ਨੂੰ ਜਮਾਂ ਦੀ ਨਹੀਂ ਆਈ ਕਹਿੰਦੇ ਪ੍ਰਤੀਤ ਹੁੰਦੇ ਨੇ। ਮੀਤ ਸੱਜਣ ਤੋਂ ਭਾਵ ਕੀ ਹੈ ਵੀ ਜਿਹੜੇ ਕੋਈ ਵੈਰਾਗੀ ਵੀ ਹੋਵੇ, ਕੋਈ ਤਿਆਗੀ ਵੀ ਹੋਵੇ, ਮੰਨੋ ਵੀ ਉਹਦੇ ਮਿੱਤਰ ਸੱਜਣ ਹੈ, ਪਰ ਇਹ ਸਾਰੇ ਜਮਾਂ ਵਾਂਗ ਦੁਖਦਾਈ ਨੇ। ਉਹਨਾਂ ਚਿਰ ਤਿਆਗ ਕੀਤਾ ਕੀ ਕਹੂਗਾ, ਵਿਰਾਗ ਕੀਤਾ ਕੀ ਕਹੂਗਾ ਜੇ ਵਾਹਿਗੁਰੂ ਨਹੀਂ ਮਿਲਿਆ। ਕਹਿੰਦੇ ਇਹ ਵੀ ਜਮਾਂ ਦੀ ਨਿਆਈ ਦੁੱਖ ਹੀ ਦਿੰਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਹੇ ਪਾਤਸ਼ਾਹ, ਮੇਰੀ ਬੇਨਤੀ ਹੈ, ਅਰਦਾਸ ਹੈ ਤੁਹਾਡੇ ਅੱਗੇ। ਸਾਨੂੰ ਜੁਗਤ ਸਿਖਾਉਂਦੇ ਨੇ ਵੀ ਇੱਦਾਂ ਅਰਦਾਸਾਂ ਕਰੋ। ਮਹਾਰਾਜ ਸਾਡੀ ਬੇਨਤੀ ਹੈ, ਉਹ ਬੇਨਤੀ ਇਹ ਹੈ ਵੀ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਰਹਿਮਤ ਕਰਕੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਦਾਤ ਬਖਸ਼ ਦਿਓ। ਇਹ ਸੁਆਮੀ ਸਤਿਗੁਰੂ ਜੀ ਸਾਨੂੰ ਹਰੀ ਪਰਮੇਸ਼ਰ ਪ੍ਰਭੂ ਪਤੀ ਪਰਮਾਤਮਾ ਦੇ ਨਾਲ ਮੇਲ ਦਿਓ ਆਪਣਾ ਨਾਮ ਜਪਾ ਕੇ। ਜਿਸ ਵਾਹਿਗੁਰੂ ਦਾ ਜੋ ਧਾਮ ਹੈ, ਜੋ ਘਰ ਹੈ, ਸੱਚਖੰਡ ਰੂਪੀ ਅਚਲ ਹੈ, ਅਡੋਲ ਘਰ ਹੈ, ਜਿੱਥੇ ਕੋਈ ਦੁੱਖਾਂ ਸੁੱਖਾਂ ਦਾ ਅਸਰ ਨਹੀਂ ਹੁੰਦਾ, ਸਾਨੂੰ ਵੀ ਉਹ ਅਵਸਥਾ ਬਖਸ਼ ਦਿਓ। ਮੰਗਲ ਕਰਕੇ ਹੁਣ ਆ ਮਹੀਨੇ ਦਾ ਉਪਦੇਸ਼ ਦਿੰਦੇ ਨੇ। ਚੇਤ ਤੱਤੇ ਨੂੰ ਸਿਹਾਰੀ ਹੈ, ਭਾਵ ਚੇਤ ਦੁਆਰਾ ਮਹਾਰਾਜ ਕਹਿੰਦੇ ਨੇ ਗੋਵਿੰਦ ਆਰਾਧੀਏ। ਗੋ ਨਾਮ ਹੈ ਗਿਆਨ ਦਾ, ਵਿੰਦ ਨਾਮ ਹੈ ਜਾਣਨ ਦਾ, ਜੋ ਗਿਆਨ ਦੁਆਰਾ ਜਾਣਿਆ ਜਾਂਦਾ ਹੈ, ਜੋ ਧਰਮ ਗ੍ਰੰਥਾਂ ਦੇ ਉਪਦੇਸ਼ ਦੁਆਰਾ ਜਾਣਿਆ ਜਾਣ ਵਾਲਾ ਪਰਮੇਸ਼ਰ ਹੈ। ਚੇਤ ਦੁਆਰਾ ਮਹਾਰਾਜ ਕਹਿੰਦੇ ਆਰਾਧੀਏ, ਉਸ ਵਾਹਿਗੁਰੂ ਦਾ ਆਰਾਧਨ ਕਰੀਏ। ਜਾਂ ਚੇਤ ਮਨੁੱਖਾ ਜਨਮ ਹੈ, ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਜੋ ਇਹ ਮਨੁੱਖਾ ਜਨਮ ਰੂਪੀ ਚੇਤ ਨੂੰ ਪ੍ਰਾਪਤ ਕਰਕੇ ਗੋਬਿੰਦ ਪਰਮੇਸ਼ਰ ਵਾਹਿਗੁਰੂ ਦਾ ਆਰਾਧਨ ਕਰੀਏ। ਜਾਂ ਚੇਤ ਤੋਂ ਭਾਵ ਹੈ ਵੀ ਜੋ ਮਨੁੱਖਾ ਜਨਮ ਹੈ ਨਾ, ਵਾਹਿਗੁਰੂ ਨੂੰ ਚੇਤੇ ਕਰਨ ਦਾ ਸਮਾਂ ਮਿਲਿਆ ਹੈ। ਇਸ ਕਰਕੇ ਆਪਣੇ ਅੰਦਰ ਸ਼ੌਂਕ ਅਵਸਥਾ ਪੈਦਾ ਕਰਕੇ ਗੋਬਿੰਦ ਪਰਮੇਸ਼ਰ ਨੂੰ ਆਰਾਧਨਾ ਕਰੀਏ। ਜੇ ਆਰਾਧਾਂਗੇ ਤਾਂ ਘਣਾ ਕੀ ਆ, ਬਹੁਤਾ ਹੀ ਕਹਿੰਦੇ ਆਨੰਦ ਮਿਲੇਗਾ। ਚੇਤ ਵਿੱਚ ਰੱਬ ਦਾ ਸਿਮਰਨ ਕਰਿਓ। ਅੱਜ ਚੇਤ ਚੜ ਗਿਆ, ਇਹਦੇ ਵਿੱਚ ਸਿਮਰਨ ਕਰਦੇ ਰਹੋ ਸਾਰਾ ਮਹੀਨਾ, ਕਹਿੰਦੇ ਇੰਨਾ ਕੁ ਆਨੰਦ ਮਿਲੇਗਾ। ਕਿੰਨਾ ਕਹਿੰਦੇ ਘਣਾ, ਬਹੁਤਾ ਹੀ। ਮਹਾਰਾਜ ਨੇ ਇਹ ਨਹੀਂ ਦੱਸਿਆ ਇੰਨਾ ਕੁ ਜਾਂ ਇੰਨਾ, ਕਹਿੰਦੇ ਬਹੁਤਾ ਹੀ ਆਨੰਦ ਮਿਲੂਗਾ ਜੇ ਚੇਤ ਵਿੱਚ ਵਾਹਿਗੁਰੂ ਦਾ ਸਿਮਰਨ ਕਰੋਗੇ।
ਚੇਤ ਮਹੀਨੇ 'ਚ ਰੱਬ ਨੂੰ ਧਿਆਓਗੇ, ਸਿਮਰ ਕੇ ਤਾਂ ਵੇਖੋ ਆਪਣੇ ਆਪ ਹੀ ਪਤਾ ਲੱਗ ਜੂਗਾ। ਸਿਮਰਨ ਕਰੋਗੇ ਤਾਂ ਬਹੁਤਾ ਆਨੰਦ ਪ੍ਰਾਪਤ ਹੋਵੇਗਾ ਚੇਤ ਦੁਆਰਾ। ਤੇ ਇਹ ਪਰ ਨਾਮ ਕਿੱਥੋਂ ਮਿਲਦਾ ਹੈ, ਘਣਾ ਆਨੰਦ ਕਿੱਥੋਂ ਮਿਲਦਾ? ਕਹਿੰਦੇ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਹੀ ਇਹ ਘਣਾ ਆਨੰਦ ਜਾਂ ਪਰਮੇਸ਼ਰ ਦੇ ਨਾਮ ਦੀ ਦਾਤ ਪ੍ਰਾਪਤ ਕਰੀਦੀ ਹੈ। ਜਦੋਂ ਸੰਤ ਜਨਾਂ ਦੇ ਨਾਲ ਮਿਲ ਕੇ ਸੰਤ ਜਨਾਂ ਮਿਲ ਪਾਈਐ ਨਾਮ ਪਾ ਲਈਦਾ ਏ, ਫਿਰ ਉਸੇ ਪ੍ਰਾਪਤ ਕੀਤੇ ਨਾਮ ਨੂੰ ਰਸਨਾ ਦੁਆਰਾ ਭਣਾ ਉਚਾਰਨ ਕਰੀਏ। ਰਸਨਾ ਦੁਆਰਾ ਉਚਾਰਾਂਗੇ ਸਹਿਜੇ ਸਹਿਜੇ, ਫਿਰ ਉਹ ਹਿਰਦੇ 'ਚ ਉਤਰੇਗਾ, ਹਿਰਦੇ ਵਿੱਚ ਚੱਲੇਗਾ, ਫਿਰ ਰੋਮ ਰੋਮ 'ਚੋਂ ਹੀ ਵਾਹਿਗੁਰੂ ਵਾਹਿਗੁਰੂ ਚੱਲੇਗਾ। ਫਿਰ ਦਸਵੇਂ ਪਾਤਸ਼ਾਹ ਕਹਿੰਦੇ ਨੇ ਜਾਪ ਸੋ ਅਜੱਪਾ ਜਾਪੈ, ਬਿਨਾਂ ਤੁਹਾਡੇ ਜਪਣ ਤੋਂ ਹੀ ਵਾਹਿਗੁਰੂ ਦਾ ਜਾਪ ਚੱਲੇਗਾ ਆਪਣੇ ਆਪ। ਸੰਤਾਂ ਦੀ ਸੰਗਤ, ਗੁਰੂ ਮਹਾਰਾਜ ਦੀ ਸੰਗਤ ਵਿੱਚੋਂ ਹੀ ਨਾਮ ਦੀ ਦਾਤ ਪਾਈ ਦੀ ਹੈ। ਤੇ ਨਾਮ ਜਪ ਕੇ ਜਿਨ੍ਹਾਂ ਨੇ ਆਪਣਾ ਆਪ ਰੂਪ ਵਾਹਿਗੁਰੂ ਇਸ ਮਨੁੱਖਾ ਜਨਮ 'ਚ ਪ੍ਰਾਪਤ ਕਰ ਲਿਆ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਆਏ ਤਿਸੇ ਗਣਾ, ਉਹਨਾਂ ਨੂੰ ਇਸ ਸੰਸਾਰ ਵਿੱਚ ਆਇਆ ਹੋਇਆ ਗਣਾ ਗਣਨਾ ਜਾਣਨਾ ਕਰੋ। ਉਹੀ ਜਨਮ ਲੈ ਕੇ ਆਏ ਹੋਏ ਗਿਣਤੀ 'ਚ ਨੇ, ਭਾਵੇਂ ਅਰਬਾਂ ਹੀ ਲੋਕ ਸੰਸਾਰ 'ਚ ਜਨਮ ਲੈ ਕੇ ਆ ਚੁੱਕੇ ਆ, ਇੰਨੀ ਇਹ ਤੋਂ ਵੱਧ ਹੀ ਜਾ ਚੁੱਕੇ ਆ, ਪਰ ਵਾਹਿਗੁਰੂ ਦੀ ਨਿਗਾਹ ਵਿੱਚ ਗਿਣਤੀ 'ਚ ਉਹਨਾਂ ਦਾ ਹੀ ਸੰਸਾਰ 'ਚ ਆਉਣਾ ਸਫਲ ਹੈ ਜਿਨ੍ਹਾਂ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਏ। ਬਾਕੀ ਜੰਮੇ ਨਾ ਜੰਮੇ ਉਹਨਾਂ ਦਾ ਕੋਈ ਫਾਇਦਾ ਨਹੀਂ। ਜਿਹੜਾ ਕੋਈ ਬੱਚਾ ਕੰਮ ਨਾ ਕਰੇ ਉਹ ਮਾਪੇ ਕਹਿ ਦਿੰਦੇ ਤੇਰੇ ਜੰਮਣ ਖਣੋਂ ਕੀ ਥੁੜਿਆ ਸੀ। ਐਵੇਂ ਜਿਹਨੂੰ ਵਾਹਿਗੁਰੂ ਦਾ ਆਨੰਦ ਹੀ ਨਹੀਂ ਮਿਲਿਆ ਉਹਦੇ ਜਨਮ ਲੈਣ ਦਾ ਕੀ ਫਾਇਦਾ ਹੈ ਜੇ ਪਰਮੇਸ਼ਰ ਪ੍ਰਾਪਤ ਨਹੀਂ ਕੀਤਾ। ਜਿਹੜਾ ਇੱਕ ਖੇਣ ਵੀ ਵਾਹਿਗੁਰੂ ਨੂੰ ਭੁਲਾ ਕੇ ਜ਼ਿੰਦਗੀ ਜਿਉਣੀ ਹੈ ਨਾ, ਪਰਮੇਸ਼ਰ ਤੋਂ ਬੇਮੁਖ ਹੋ ਕਰਕੇ ਸੰਸਾਰ ਵਿੱਚ ਸਾਹ ਲੈਣੇ ਹਨ। ਉਹਨਾਂ ਜਨਾਂ ਤੋਂ ਭਾਵ ਹੈ ਪੁਰਖਾਂ ਦਾ, ਬੰਦਿਆਂ ਦਾ ਮਨੁੱਖਾ ਜਨਮ ਬਿਰਥਾ ਵਿਅਰਥ ਹੀ ਜਾਣਨਾ ਕਰੋ। ਉਹਨਾਂ ਦਾ ਜਨਮ ਕਿਸੇ ਕੰਮ ਨਹੀਂ ਹੈ। ਤੇ ਜਿਵੇਂ ਪਿਛਲੀ ਪੰਕਤੀ 'ਚ ਮਹਾਰਾਜ ਨੇ ਕਿਹਾ ਸੀ ਨਾ ਵੀ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ, ਜਿਨ੍ਹਾਂ ਵਾਹਿਗੁਰੂ ਨੂੰ ਪਾਇਆ ਉਹ ਗਿਣਤੀ ਵਿੱਚ ਨੇ, ਉਹਨਾਂ ਦਾ ਧਨ ਹੈ ਆਉਣਾ। ਪਰ ਜਿਨ੍ਹਾਂ ਨਹੀਂ ਪਾਇਆ ਕਹਿੰਦੇ ਉਹਨਾਂ ਦਾ ਮਨੁੱਖਾ ਜਨਮ ਜਿਹੜਾ ਹੈ ਉਹ ਵਿਅਰਥ ਹੀ ਚਲੇ ਗਿਆ। ਜਣਾ ਜਾਣਨਾ ਕਰੋ। ਜਣਾ ਉਸ ਬੰਦਿਆਂ ਦਾ, ਪੁਰਖਾਂ ਦਾ ਜਨਮ ਵਿਅਰਥ ਹੈ, ਜਾਂ ਜਣਾ ਦਾ ਦੂਜਾ ਅਰਥ ਹੈ ਵੀ ਜਾਣਨਾ ਕਰੋ ਵੀ ਉਹ ਵਿਅਰਥ ਹੀ ਜਨਮ ਲੈ ਕੇ ਆਏ ਤੇ ਚਲੇ ਗਏ। ਉਹ ਜੋ ਪਰਮੇਸ਼ਰ ਪਾਣੀ ਵਾਲੀ ਥਾਂ ਵਿੱਚ ਵੀ, ਖੁਸ਼ਕ ਥਾਂ ਦੇ ਵਿੱਚ ਵੀ ਪਰਿਪੂਰਨ ਹੋ ਰਿਹਾ ਹੈ, ਮਹੀ ਧਰਤੀ ਵਿੱਚ ਵੀ, ਆਕਾਸ਼ ਵਿੱਚ ਵੀ ਪੂਰਿਆ ਹੈ। ਤੇ ਸਭ ਬਣਾ ਕਹਿੰਦੇ ਵੀ ਜੰਗਲ ਬੇਲਿਆਂ ਵਿੱਚ ਵੀ ਰਵਿਆ ਮਿਲਿਆ ਹੋਇਆ ਹੈ, ਜਾਂ ਜਲ ਤੋਂ ਭਾਵ ਗਿਆਨ ਇੰਦਰੀਆਂ 'ਚ ਮਿਲਿਆ ਏ, ਅਤੇ ਇਸੇ ਤਰ੍ਹਾਂ ਥਲ ਤੋਂ ਭਾਵ ਕਰਮ ਇੰਦਰੀਆਂ 'ਚ ਮਿਲਿਆ ਹੈ। ਮਹੀ ਤੋਂ ਭਾਵ ਵੀ ਉਹ ਜੋ ਧਰਤੀ ਦੀ ਨਿਆਈ ਬੁੱਧੀ ਦੇ ਵਿੱਚ ਅਸਥਿਤ ਹੋ ਰਿਹਾ ਹੈ। ਅਲ ਤੋਂ ਭਾਵ ਆਕਾਸ਼ ਦੀ ਨਿਆਈ ਅੰਤःਕਰਣ ਵਿੱਚ ਅਸਥਿਤ ਹੋ ਰਿਹਾ ਏ। ਉਹ ਜੋ ਪਰਮੇਸ਼ਰ ਸਭ ਥਾਵਾਂ ਦੇ ਪੂਰਨ ਹੈ ਤੇ ਸੰਸਾਰ ਰੂਪੀ ਜੰਗਲ ਦੇ ਵਿੱਚ ਵੀ ਵਿਆਪਕ ਹੋ ਰਿਹਾ ਏ। ਐਸਾ ਵਿਆਪਕ ਪਰਮੇਸ਼ਰ ਕਹਿੰਦੇ ਜੇ ਚੇਤੇ ਨਹੀਂ ਨਾ ਆਉਂਦਾ ਜੀਵ, ਜੇ ਉਹ ਰੱਬ ਦਾ ਨਾਮ ਨਹੀਂ ਚੇਤੇ ਆਉਂਦਾ, ਉਹਦਾ ਸਿਮਰਨ ਨਹੀਂ ਕਰਦਾ ਮਨੁੱਖ, ਕਹਿੰਦੇ ਵੀ ਉਹਨੂੰ ਕਿੰਨਾ ਕੁ ਦੁੱਖ ਗਿਣ ਕੇ ਦਸੀਏ ਹੋਵੇਗਾ। ਭਾਵ ਅਸੀਂ ਕਹਿ ਨਹੀਂ ਸਕਦੇ, ਬਹੁਤਾ ਹੀ ਦੁਖੀ ਹੋਵੇਗਾ ਜਿਹੜਾ ਉਸ ਰੱਬ ਨੂੰ ਚੇਤੇ ਨਹੀਂ ਕਰਦਾ ਜਿਹੜਾ ਹਰ ਥਾਂ ਵਸਿਆ ਏ। ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਰਾਵਿਆ, ਭਾਵ ਉਹਦੇ ਆਨੰਦ ਨੂੰ ਮਾਣਿਆ ਹੈ, ਸਿਮਰਿਆ ਸਵਾਸ ਸਵਾਸ, ਉਹਨਾਂ ਪੁਰਖਾਂ ਦੇ ਭਾਗ ਕਹਿੰਦੇ ਮਣਾ ਨਾਮ ਹੈ ਸ਼੍ਰੋਮਣੀ ਦਾ। ਮਣਾ ਨਾਮ ਹੈ ਮਣਾ ਮੋਹੀ, ਭਾਵ ਬਹੁਤ ਹੀ ਸ਼੍ਰੋਮਣੀ ਵੱਡੇ ਭਾਗ ਨੇ ਜਿਨ੍ਹਾਂ ਵਾਹਿਗੁਰੂ ਨੂੰ ਸਿਮਰਿਆ ਏ। ਅਖੀਰ 'ਚ ਮਹਾਰਾਜ ਕਹਿੰਦੇ ਨੇ ਹਰੀ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਮੈਂ ਜਗਿਆਸੂ ਦਾ ਮਨ ਲੋਚਦਾ ਚਾਹੁੰਦਾ ਹੈ, ਪਪੀਏ ਵਾਂਗ ਤੜਫਦਾ ਏ ਜਿਵੇਂ ਉਹ ਸਵਾਂਤੀ ਬੂੰਦ ਮੰਗਦਾ। ਮੈਂ ਮਹਾਰਾਜ ਦੇ ਦਰਸ਼ਨਾਂ ਦੀ ਸਵਾਂਤੀ ਬੂੰਦ ਮੰਗਦਾ ਹਾਂ।
ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਾਡੇ ਮਨ ਵਿੱਚ ਇਹੀ ਪਿਆਸ ਇਹੀ ਚਾਹਨਾ ਖਾਸ ਹੈ ਵੀ ਵਾਹਿਗੁਰੂ ਜੀ ਦੇ ਦਰਸ਼ਨ ਹੋ ਜਾਣ। ਅਪਰਤਖ ਚੇਤ ਦੇ ਮਹੀਨੇ ਜਾਂ ਮਨੁੱਖਾ ਜਨਮ ਚੇਤ ਦੇ ਮਹੀਨੇ ਦੁਆਰਾ ਜਿਨ੍ਹਾਂ ਨੂੰ ਸ਼ੌਂਕ ਅਵਸਥਾ ਜਾਗੀ ਹੈ ਨਾ ਰੱਬ ਨਾਲ ਮਿਲਣ ਦੀ, ਪ੍ਰਭੂ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਤੇ ਜਿਨ੍ਹਾਂ ਨੂੰ ਆਪਣੇ ਨਾਲ ਮੇਲਦਾ ਹੈ ਉਹਨਾਂ ਦੇ ਮਹਾਰਾਜ ਕਹਿੰਦੇ ਅਸੀਂ ਪੈਰੀ ਲੱਗਦੇ ਹਾਂ। ਜਾਂ ਚੇਤ ਮਹੀਨੇ ਦੁਆਰਾ ਕਹਿੰਦੇ ਵੀ ਜਿਹੜੇ ਰੱਬ ਦੇ ਪਿਆਰੇ ਸਾਨੂੰ ਵਾਹਿਗੁਰੂ ਨਾਲ ਮੇਲ ਦੇਣ, ਅਸੀਂ ਉਹਨਾਂ ਦੇ ਪੈਰੀ ਪੈਨੇ, ਉਹਨਾਂ ਦਾ ਓਟ ਆਸਰਾ ਲੈਂਦੇ ਹਾਂ ਵੀ ਕਿਰਪਾ ਕਰੋ ਸਾਡਾ ਜੀਵਨ ਸਫਲ ਕਰ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਇਹ ਪਾਵਨ ਪਵਿੱਤਰ ਚੇਤ ਮਹੀਨੇ ਦਾ ਸੰਗਰਾਂਦ ਅਤੇ ਨਵਾਂ ਸਾਲ ਵੀ ਹੈ ਅੱਜ, ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ 553ਵੇਂ ਸਾਲ ਦੀ ਆਰੰਭਤਾ ਹੋਈ ਹੈ। ਇਹ ਨਵੇਂ ਸਾਲ ਦੇ ਸਮੇਂ 'ਤੇ ਚੇਤ ਮਹੀਨੇ ਦੀ ਆਰੰਭਤਾ ਦੇ ਸਮੇਂ 'ਤੇ ਪਵਿੱਤਰ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਹੈ। ਸਾਹਿਬ ਕਿਰਪਾ ਕਰਨ ਸਾਡਾ ਨੇਤੀ ਨਵਾਂ ਸਾਲ ਬਣਿਆ ਰਹੇ, ਸਾਡੇ ਅੰਦਰ ਸਦਾ ਹੀ ਉਤਸ਼ਾਹ ਬਣਿਆ ਰਹੇ, ਸਦਾ ਹੀ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹੀਏ ਆਖਰੀ ਸਾਹਾਂ ਤੀਕਰ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਬਖਸ਼ਿੰਦ ਹੈ, ਬਖਸ਼ਣਹਾਰ ਹੈ। ਬਖਸ਼ ਲੈਣਾ ਆਪ ਸਰਬੱਤ ਸਿੱਖ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਹੋਣ। ਅਤੇ ਸੰਗਤ ਨੂੰ ਇਹ ਵੀ ਬੇਨਤੀ ਹੈ ਵੀ ਕੋਈ ਭਾਈਆਂ ਨੂੰ ਵੱਧ ਘੱਟ ਕਹਿ ਜਾਵੇ ਤੇ ਉਹ ਗੱਲ ਹੋਰ ਹੁੰਦੀ ਹੈ। ਮਾਵਾਂ ਭੈਣਾਂ ਸਾਰੀਆਂ ਦੀਆਂ ਸਾਂਝੀਆਂ ਹੁੰਦੀਆਂ ਨੇ। ਤੁਹਾਡੇ ਸਾਹਮਣੇ ਉਹ ਬੀਬੀ ਨੂੰ ਵੱਧ ਘੱਟ ਬੋਲ ਕੇ ਗਿਆ ਤੇ ਇਹ ਝਿੜਕਣਾ ਚਾਹੀਦਾ ਹੈ ਸੰਗਤ ਨੂੰ ਵੀ ਇੱਕ ਜੋ ਜਨਨੀ ਹੈ ਜਿਹਨੂੰ ਮਹਾਰਾਜ ਸਾਹਿਬ ਨੇ ਕਿਹਾ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ, ਉਹ ਗੁਰੂ ਮਹਾਰਾਜ ਦੇ ਹਜ਼ੂਰ ਬੀਬੀ ਸੇਵਾ ਕਰ ਰਹੀ ਹੈ ਤੇ ਉਹ ਭਾਈ ਨੂੰ ਨੇ ਇਹੀ ਕਿਹਾ ਵੀ ਕਥਾ 'ਚ ਰੌਲਾ ਨਾ ਪਾ। ਤੇ ਉਹ ਮਾੜਾ ਚੰਗਾ ਬੋਲ ਕੇ ਗਿਆ ਤੇ ਸੰਗਤ ਨੇ ਉਹਨੂੰ ਕਿਸੇ ਨੇ ਕਿਹਾ ਨਹੀਂ ਕੁਝ। ਇਹ ਗੁਲਾਮੀ ਦੀ ਨਿਸ਼ਾਨੀ ਹੈ। ਦਇਆ ਉਹ ਹੁੰਦੀ ਹੈ ਵੀ ਜੇ ਕਿਸੇ ਦੇ ਕੋਈ ਵਾਧਾ ਘਾਟਾ ਹੁੰਦਾ ਵੇਖੇ ਤੇ ਉਹ ਸਾਡੇ ਮਨ 'ਚ ਰੋਸ ਹੋਣਾ ਚਾਹੀਦਾ ਵੀ ਤੂੰ ਇਹ ਗਲਤ ਨਾ ਬੋਲ। ਸੋ ਇਸ ਕਰਕੇ ਆਪਣੇ ਅੰਦਰ ਦਇਆ ਕਾਇਮ ਕਰੋ। ਧਰਮ ਇਹਦੇ ਵਿੱਚੋਂ ਹੀ ਪੈਦਾ ਹੁੰਦਾ। ਤੇ ਨਾਲ ਹੀ ਬੇਨਤੀ ਜੋ ਸੰਗਤ ਅੰਮ੍ਰਿਤ ਵੇਲੇ ਕਥਾ ਸਰਵਣ ਕਰਦੀ ਹੈ ਨਿਤ ਲੜੀਵਾਰ 15 ਮਿੰਟਾਂ ਦਾ ਫਰਕ ਕੱਲ੍ਹ ਸਮੇਂ ਦੇ ਹਿਸਾਬ ਨਾਲ ਪਿਆ ਕਿ 7:15 ਕਥਾ ਦੀ ਆਰੰਭਤਾ ਹੁੰਦੀ ਸੀ, ਹੁਣ 7 ਤੋਂ 8 ਕਥਾ ਆਰੰਭ ਹੋਇਆ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।